ਹੈਲੋ ਸਟੂਡੈਂਟਸ, ਕਿਵੇਂ ਆ ਤੁਸੀਂ ਸਾਰੇ? ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਟੌਪ ਹੋਪਸ ਅਕੈਡਮੀ ਅਵਾਰਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬੱਚੇ, ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਪੀਐਸ ਟੈਟ ਦੀ ਤਿਆਰੀ ਕਰ ਰਹੇ ਹਾਂ ਔਰ ਜੀਨ ਪਿਆਜੇ ਦੀ ਥਿਊਰੀ ਜਿਹੜੀ ਅਸੀਂ ਸ਼ੁਰੂ ਕੀਤੀ ਹੋਈ ਹੈ, ਜਿਹਦੇ ਅਸੀਂ 4 ਪਾਰਟਸ ਕਰ ਚੁੱਕੇ ਹਾਂ ਔਰ ਸਾਡੀਆਂ 2 ਹੀ ਸਟੇਜਿਸ ਰਹਿ ਗਈਆਂ ਸੀ ਜੀਨ ਪਿਆਜੇ ਦੀ ਥਿਊਰੀ ਦੀਆਂ, ਔਰ ਇਹ ਅਸੀਂ ਪ੍ਰੋਸੀਡ ਕਰਨ ਜਾ ਰਹੇ ਹਾਂ ਬੱਚੇ। ਤਾਂ ਸਭ ਤੋਂ ਪਹਿਲੇ ਤੁਸੀਂ ਦੇਖੋ, ਸਾਡੇ ਕੋਲ ਜਿਹੜੀ 3rd ਸਟੇਜ ਸੀ ਪਿਆਜੇ ਦੀ, ਉਹ ਕੀ ਸੀ? ਕੰਕਰੀਟ ਆਪਰੇਸ਼ਨਲ। ਤਾਂ ਇਸ ਤੋਂ ਪਹਿਲੇ ਬੱਚੇ ਅਸੀਂ ਇਹਦੇ ਜਿਹੜੀ ਸਟੇਜਿਸ ਨੇ ਮੈਂ ਤੁਹਾਨੂੰ ਪਿੱਛੇ ਥੋੜਾ ਦੱਸਦਾ। ਪ੍ਰੀ ਕਨਸੈਪਚੁਅਲ ਦੇ ਜਿਹੜੇ ਫੇਸਿਸ ਬਾਰੇ ਅਸੀਂ ਜਿਹੜੀ ਡਿਸਕਸ਼ਨ, ਪ੍ਰੀ ਆਪਰੇਸ਼ਨਲ ਸਟੇਜਿਸ ਦੇ ਜਿਹੜੇ ਸਟੇਜਿਸ ਸੀਗੀਆਂ ਉਹਦੇ ਬਾਰੇ ਡਿਸਕਸ਼ਨ ਕਰ ਚੁੱਕੇ ਹਾਂ। ਤਾਂ ਇਹਦੀ ਪ੍ਰੀ ਕਨਸੈਪਚੁਅਲ ਫੇਸ ਐਂਡ ਇਹਦੀ ਐਗਜ਼ਾਮਪਲਸ ਨਾਲ ਅਸੀਂ ਪੂਰਾ ਜਿਹੜਾ ਡਿਸਕਰਾਈਬ ਕਰ ਚੁੱਕੇ ਹਾਂ। ਅਗਰ ਕਿਸੇ ਬੱਚੇ ਨੇ ਇਹ ਜਿਹੜਾ ਲੈਕਚਰ ਨਹੀਂ ਦੇਖਿਆ ਤਾਂ ਤੁਸੀਂ ਦੇਖ ਲੈਣਾ। ਇਹ ਲੈਕਚਰ ਦੇਖਣ ਤੋਂ ਬਾਅਦ ਹੀ ਤੁਸੀਂ ਨੈਕਸਟ ਪ੍ਰੋਸੀਡ ਕਰਨਾ ਹੈ। ਤਾਂ ਕੰਕਰੀਟ ਅੱਜ ਜਿਹੜਾ ਸਾਡਾ ਟੌਪਿਕ ਰਹਿਣ ਵਾਲਾ ਬੱਚੇ, ਇਹਦੇ ਜਿਹੜੀਆਂ 2 ਸਟੇਜਿਸ ਕੰਪਲੀਟ ਕਰਨ ਤੋਂ ਬਾਅਦ ਅਸੀਂ ਇਹਦੇ ਰਿਲੇਟਡ ਹੀ ਬਹੁਤ ਇੰਪੋਰਟੈਂਟ MCQs ਕਰਾਂਗੇ ਔਰ ਲੈਕਚਰ ਨੂੰ ਤੁਸੀਂ ਪੂਰਾ ਦੇਖਣਾ ਹੈ, ਵੀਡੀਓ ਨੂੰ ਸਕਿਪ ਨਹੀਂ ਕਰਨਾ, ਠੀਕ ਹੈ। ਤਾਂ ਨੈਕਸਟ ਆ ਗਈ ਸਾਡੇ ਕੋਲ ਕੰਕਰੀਟ ਆਪਰੇਸ਼ਨਲ ਸਟੇਟ ਜਿਹੜੀ 3rd ਸਟੇਜ ਹੈ ਪਿਆਜੇ ਦੀ। 7 ਇਅਰਸ ਤੋਂ ਲੈ ਕੇ ਜਿਹੜੀ ਹੈ ਇਹ 11 ਇਅਰਸ ਤੱਕ ਪ੍ਰੋਸੀਡ ਕਰਦੀ ਹੈ। 7 ਸਾਲ ਤੋਂ 11 ਸਾਲ ਤੱਕ ਦੇ ਬੱਚੇ ਦੇ ਲਈ ਇਹ ਪ੍ਰੋਸੀਡ ਕਰਦੀ ਹੈ ਜਿਹੜੀ ਮੂਰਤ ਸੰਕ੍ਰਿਆਤਮਕ ਅਵਸਥਾ। ਇਸ ਅਵਸਥਾ 'ਚ ਬੱਚਾ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ ਹੈ, ਮਤਲਬ ਬੱਚਾ ਜਿਹੜਾ ਹੈ ਸੋਚਣਾ ਸ਼ੁਰੂ ਕਰ ਦਿੰਦਾ ਹੈ। ਥਿੰਕਿੰਗ ਲੈਵਲ ਜਿਹੜਾ ਬੱਚੇ ਦਾ ਉਹ ਇਨਕਰੀਜ਼ ਹੋ ਜਾਂਦਾ ਹੈ, ਬੜੀਆਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ। ਜਿਸ ਤਰ੍ਹਾਂ ਇਸ ਪੜਾਅ 'ਚ ਬੱਚੇ ਦੇ ਅਗਰ ਕੋਈ ਸਾਹਮਣੇ ਅਸੀਂ ਕਿਸੇ ਚੀਜ਼ ਨੂੰ ਰੱਖ ਦਿੰਦੇ ਹਾਂ, ਮੰਨ ਲਓ ਕੋਈ ਖਿਡੌਣਾ ਰੱਖਤਾ, ਕੋਈ ਕਾਰ ਰੱਖਤਾ, ਕੋਈ ਹੈਲੀਕਾਪਟਰ ਰੱਖਤਾ, ਤਾਂ ਬੱਚਾ ਉਸ ਚੀਜ਼ ਬਾਰੇ ਸੋਚੇਗਾ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ, ਇਹ ਕਾਰ ਕਿਸ ਤਰ੍ਹਾਂ ਚੱਲੇਗੀ, ਠੀਕ ਹੈ। ਤਾਂ ਬੱਚਾ ਉਸ ਪ੍ਰਤੀ ਆਪਣੀਆਂ ਜਿਹੜੀਆਂ ਨੇ ਥਿੰਕਿੰਗ ਨੂੰ ਫੋਕਸ ਕਰਦਾ ਹੋਇਆ ਆਪਣੀਆਂ ਜਿਹੜੀਆਂ ਨਵੀਆਂ ਸੋਚ ਰੱਖੇਗਾ। ਬਾਈ ਚਾਂਸ ਮੰਨ ਲਓ ਬੱਚਾ ਕੋਈ ਮੈਥ ਦੇ ਫਾਰਮੂਲਾ ਬਾਰੇ ਪੜ੍ਹ ਰਿਹਾ ਹੈ, ਤਾਂ ਬੱਚਾ ਜਿਹੜਾ ਹੈ ਉਹ ਮੰਨ ਲਓ ਇਹ 7 ਹੈ, ਤਾਂ ਬੱਚੇ ਨੂੰ ਪਤਾ ਲੱਗ ਜਾਏਗਾ ਕਿ ਜੇ ਅਗਰ ਅਸੀਂ ਮਾਈਨਸ ਦਾ ਫਾਰਮੂਲਾ ਲਗਾਉਂਦੇ ਹਾਂ ਤਾਂ 7 - b ਹੋ ਜਾਏਗਾ, ਠੀਕ ਹੈ। ਇਹਨਾਂ ਤੱਕ ਬੱਚਾ ਜਿਹੜਾ ਇਹ ਥਿੰਕ ਕਰਨਾ ਸ਼ੁਰੂ ਕਰ ਦਿੰਦਾ ਹੈ 7 ਤੋਂ ਲੈ ਕੇ 11 ਸਾਲ ਤੱਕ ਦੀ ਉਮਰ ਦੇ ਵਿੱਚ। ਇਸ ਪੜਾਅ 'ਚ ਬੱਚਾ ਐਗਜ਼ਾਮਪਲ ਬੱਚੇ ਮੈਂ ਤੁਹਾਨੂੰ ਨੈਕਸਟ ਇਹਦੀ ਦੱਸਾਂਗੀ ਆ ਰਹੀ ਅੱਗੇ। ਇਸ ਪੜਾਅ 'ਚ ਬੱਚਾ ਸਾਹਮਣੇ ਰੱਖੀਆਂ ਚੀਜ਼ਾਂ 'ਤੇ ਸੋਚਣਾ ਸ਼ੁਰੂ ਕਰ ਦਿੰਦਾ ਹੈ। In this stage, child start thinking on the object placed in front। ਜੋ ਉਹਦੇ ਸਾਹਮਣੇ ਚੀਜ਼ਾਂ ਪਈਆਂ ਨੇ ਉਹਦੇ ਬਾਰੇ ਉਹ ਆਪਦੀ ਥਿੰਕਿੰਗ ਜਿਹੜੀ ਹੈ ਜ਼ਾਹਿਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਅਵਸਥਾ 'ਚ ਬਾਲਕ ਤਰਲ, ਲੰਬਾਈ, ਸੰਖਿਆ, ਭਾਰ ਆਦਿ ਦੀਆਂ ਧਾਰਨਾਵਾਂ ਬਾਰੇ ਵਿਚਾਰ ਕਰਦਾ। ਜਿਵੇਂ ਬੱਚੇ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿ ਬੱਚੇ ਨੂੰ ਲੈਂਥ, ਬ੍ਰੈਡਥ, ਹਾਈਟ ਬਾਰੇ ਪਤਾ ਚੱਲ ਜਾਂਦਾ ਹੈ ਕਿ ਲੈਂਥ ਅਸੀਂ ਲੰਬਾਈ ਨੂੰ ਕਹਿੰਦੇ ਹਾਂ, ਕਿੰਨੀ ਲੰਬਾਈ ਹੋਏਗੀ ਕਿਸੇ ਦੀ, ਠੀਕ ਹੈ। ਬ੍ਰੈਡਥ ਜਿਹੜੀ ਹੈ ਅਸੀਂ ਚੌੜਾਈ ਨੂੰ ਕਹਿੰਦੇ ਹਾਂ, ਇਸ ਬਾਰੇ ਬੱਚਾ ਪੂਰੀ ਤਰ੍ਹਾਂ ਜਾਣੂ ਹੋ ਜਾਏਗਾ। ਹਾਈਟ ਜਿਹੜੀ ਹੈ ਉਚਾਈ ਹੁੰਦੀ ਹੈ, ਬੱਚੇ ਨੂੰ ਪਤਾ ਚੱਲ ਜਾਏਗਾ। ਇਸ ਅਵਸਥਾ 'ਚ ਬਾਲਕ ਤਰਲ ਮਤਲਬ ਲਿਕੁਇਡ, ਤਰਲ ਠੋਸ ਚੀਜ਼ਾਂ ਬਾਰੇ ਮਤਲਬ ਲਿਕੁਇਡ, ਸੋਲਿਡ ਐਂਡ ਗੈਸਿਸ, ਇਹਨਾਂ ਚੀਜ਼ਾਂ ਬਾਰੇ ਜਿਹੜੀ ਹੈ ਬੱਚਾ ਬਹੁਤ ਧਿਆਨ ਦੇ ਨਾਲ ਸਿੱਖ ਜਾਏਗਾ। ਇਸ ਅਵਸਥਾ 'ਚ ਬਾਲਕ ਤਰਲ, ਲੰਬਾਈ, ਸੰਖਿਆ, ਭਾਰ, ਸੰਖਿਆ ਮਤਲਬ 1 2 3 ਜੋ ਵੀ APGP ਸੰਖਿਆ ਵੀ ਅਗਰ ਅਸੀਂ ਬਣਾਉਣੀ ਹੋਏਗੀ ਕਿ ਵਿੱਚ ਡਿਫਰੈਂਸਿਸ ਦੇਣਾ, ਮਤਲਬ 2 4 6 8 10 ਇਸ ਤਰ੍ਹਾਂ ਦਾ, ਜਾਂ ਫਿਰ ਕਿਸੇ ਟੇਬਲ ਦੇ ਥਰੂ ਅਸੀਂ ਚੱਲਣਾ। ਜਿੱਦਾਂ ਅਸੀਂ ਇੱਥੇ 2 ਦਾ ਟੇਬਲ ਲਿਆ ਹੈ, ਜਾਂ ਇਸ ਤੋਂ ਅਲੱਗ ਅਸੀਂ 8 ਦੇ ਟੇਬਲ ਦੇ ਥਰੂ ਚੱਲਣਾ, 8 16 24। ਇਹਨਾਂ ਚੀਜ਼ਾਂ ਦੀ ਸੰਖਿਆ ਜਿਹੜਾ ਇਹ ਬੱਚਾ ਸਿੱਖ ਜਾਏਗਾ ਵੀ 1 ਹੈ ਜਾਂ 2 ਹੈ, ਉਹਨੂੰ ਅੰਤਰ ਪਤਾ ਚੱਲ ਜਾਏਗਾ। ਭਾਰ, ਵੇਟ ਬਾਰੇ ਜਿਹੜੀਆਂ ਧਾਰਨਾਵਾਂ ਹੈ ਉਹਨਾਂ 'ਤੇ ਵਿਚਾਰ ਕਰ ਸਕਦਾ ਬੱਚਾ। ਤਾਂ ਦੇਖੋ ਕਨਸੈਪਟ ਜਿਹੜੇ ਨੇ ਬੱਚਾ ਕਿਹੜੇ ਕਲੀਅਰ ਕਰ ਜਾਏਗਾ। ਲਿਕੁਇਡ, ਲੈਂਥ, ਨੰਬਰ, ਵੇਟ, ਇਹ ਸਾਰੇ ਕਨਸੈਪਟ ਬੱਚੇ ਨੂੰ ਕਲੀਅਰ ਹੋ ਜਾਣਗੇ। ਪਰਿਵਰਤਾ ਦਾ ਵਿਕਾਸ, ਡਿਵੈਲਪਮੈਂਟ ਆਫ ਰਿਵਰਸੇਬਿਲਟੀ ਦੇ ਬੱਚੇ ਨੂੰ, ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਰਿਵਰਸੇਬਿਲਟੀ ਦਾ ਪਤਾ ਚੱਲ ਜਾਏਗਾ ਕਿ ਅਗਰ A + B = 7 ਹੈ ਤਾਂ ਮੀਨਸ ਟੂ ਸੇ B + A ਵੀ 7 ਹੀ ਹੋਏਗਾ। ਮਤਲਬ ਚਾਹੇ B ਨੂੰ ਅੱਗੇ ਲਗਾਓ ਜਾਂ A ਨੂੰ ਅੱਗੇ ਪਿੱਛੇ ਲਗਾਓ, ਪਲੱਸ ਦੇ ਕੇਸ ਦੇ ਵਿੱਚ ਇੱਦਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ। ਇਹ ਚੀਜ਼ ਬਾਰੇ ਬੱਚੇ ਨੂੰ ਕਲੀਅਰ ਹੋ ਜਾਏਗਾ। ਜਾਂ ਫਿਰ A + B ਅਗਰ 7 ਹੈ ਤਾਂ ਬੱਚਾ ਇਸ ਚੀਜ਼ ਤੋਂ ਜਾਣੂ ਹੋ ਜਾਏਗਾ ਕਿ ਅਗਰ ਅਸੀਂ A ਦੀ ਵੈਲਿਊ ਕੱਢਣੀ ਹੈ ਤਾਂ ਜਿਹੜਾ B ਇੱਧਰ ਜਾ ਕੇ ਕੀ ਹੋ ਜਾਏਗਾ, -7 - B। ਤਾਂ ਇਹਨਾਂ ਚੀਜ਼ਾਂ ਬਾਰੇ ਜਿਹੜਾ ਰਿਵਰਸੀਬਿਲਟੀ ਦੀ ਜਿਹੜੀ ਪ੍ਰੋਪਰਟੀ ਹੈ ਬੱਚੇ ਨੂੰ ਪੂਰੀ ਤਰ੍ਹਾਂ ਸਮਝ ਆ ਜਾਏਗੀ। ਤਾਂ ਨੈਕਸਟ ਆ ਗਿਆ ਸਪੇਸ਼ੀਅਲ ਥਿੰਕਿੰਗ, ਮਤਲਬ ਮੂਰਤ ਚਿੰਤਨ। ਅਗਰ ਬੱਚੇ ਦੇ ਸਾਹਮਣੇ ਕੋਈ ਨਾ ਕੋਈ ਚੀਜ਼ ਰੱਖ ਦਿੱਤੀ ਜਾਂਦੀ ਹੈ, ਕੋਈ ਮੂਰਤ, ਕੋਈ
ਕਿਸੇ ਚੀਜ਼ ਦੀ ਪਿਕਚਰ ਰੱਖ ਦਿੱਤੀ ਜਾਂਦੀ ਹੈ ਤੇ ਜਿਹੜਾ ਬੱਚਾ ਹੈ ਉਹਦੇ ਬਾਰੇ ਪੂਰੀ ਐਗਜ਼ੈਕਟ ਥਿੰਕਿੰਗ ਜਿਹੜੀ ਹੈ ਦੇ ਪਾਉਂਦਾ ਹੈ। ਕੰਕਰੀਟ ਥਿੰਕਿੰਗ ਸਥਾਨਾਤਮਕ ਚਿੰਤਨ, ਬੱਚਾ ਕਿਸੇ ਵੀ ਸਥਾਨ ਤੇ ਕਿਸੇ ਵੀ ਚੀਜ਼ ਨੂੰ ਦੇਖਦਾ ਹੋਇਆ ਆਪਣਾ ਜਿਹੜੀ ਥਿੰਕਿੰਗ ਹੈ, ਆਪਣਾ ਜਿਹੜਾ ਥਿੰਕਿੰਗ ਲੈਵਲ ਹੈ ਉਹ ਸਾਡੇ ਸਾਹਮਣੇ ਜ਼ਾਹਿਰ ਕਰ ਸਕਦਾ ਹੈ। ਕੰਕਰੀਟ ਥਿੰਕਿੰਗ ਸਥਾਨਾਤਮਕ ਥਿੰਕਿੰਗ ਬਾਰੇ ਅਸੀਂ ਪੜ੍ਹ ਚੁੱਕੇ ਹਾਂ ਬੱਚੇ। ਤਾਂ ਇੰਡਕਟਿਵ ਥਿੰਕਿੰਗ, ਆਗਮਨ ਚਿੰਤਨ ਕਿਹੜਾ ਹੁੰਦਾ ਹੈ? ਥਿੰਕਿੰਗ ਮਤਲਬ ਚਿੰਤਨ, ਆਗਮਨ ਚਿੰਤਨ ਦਾ ਮਤਲਬ ਕੀ ਹੁੰਦਾ ਹੈ? ਇੰਡਕਟਿਵ ਐਂਡ ਡਿਡਕਟਿਵ ਥਿੰਕਿੰਗ, ਦੋ ਤਰ੍ਹਾਂ ਦੀਆਂ ਥਿੰਕਿੰਗ ਹੁੰਦੀਆਂ ਨੇ ਬੱਚੇ। ਇਸ ਚੀਜ਼ ਬਾਰੇ ਜਿਹੜਾ ਇਹ ਟੌਪਿਕ ਦੇ ਰਿਲੇਟਡ ਕੁਐਸਚਨ ਹਰ ਵਾਰ ਪੇਪਰ ਦੇ ਵਿੱਚ ਆਉਂਦਾ ਹੈ, ਇੰਡਕਟਿਵ ਐਂਡ ਡਿਡਕਟਿਵ ਥਿੰਕਿੰਗ। ਤਾਂ ਪੁੱਛਿਆ ਕੀ ਜਾਂਦਾ ਹੈ ਕਿ ਇੰਡਕਟਿਵ ਥਿੰਕਿੰਗ ਐਗਜ਼ਾਮਪਲ ਟੂ ਰੂਲ ਚੱਲਦੀ ਹੈ, ਇਹ ਗੱਲ ਯਾਦ ਰੱਖਣੀ ਹੈ। ਔਰ ਰੂਲ ਟੂ ਐਗਜ਼ਾਮਪਲ ਜਿਹੜੀ ਹੈ ਉਹ ਡਿਡਕਟਿਵ ਚੱਲਦੀ ਹੈ, ਇੱਕ ਦੂਜੇ ਦੇ ਉਲਟ ਹੈਗੀਆਂ ਨੇ। ਉਦਾਹਰਨ ਤੋਂ ਨਿਯਮ ਵੱਲ ਨੂੰ ਚੱਲਣਾ, ਔਰ ਨਿਯਮ ਤੋਂ ਉਦਾਹਰਨ ਵੱਲ ਨੂੰ ਚੱਲਦੀ ਹੈ। ਤਾਂ ਇਸ ਚੀਜ਼ ਬਾਰੇ ਧਿਆਨ 'ਚ ਰੱਖਣਾ ਹੈ। ਕੰਕਰੀਟ ਦੇ ਸਟੇਜ ਦੇ ਵਿੱਚ ਬੱਚੇ ਦੇ ਵਿੱਚ ਕਿਹੜੀ ਥਿੰਕਿੰਗ ਆ ਜਾਂਦੀ ਹੈ? ਕੰਕਰੀਟ ਸਟੇਜ ਦੇ ਵਿੱਚ ਕਿਹੜੀ ਥਿੰਕਿੰਗ ਆ ਜਾਂਦੀ ਹੈ? ਇੰਡਕਟਿਵ ਥਿੰਕਿੰਗ। ਵਿਸ਼ਿਸ਼ਟ ਤੋਂ ਸਧਾਰਨ ਮਤਲਬ ਬੱਚਾ ਪਾਰਟੀਕੂਲਰ ਤੋਂ ਸਪੈਸੀਫਿਕ ਤੋਂ ਜਰਨਲ ਵੱਲ ਨੂੰ ਜਾਣਾ ਸ਼ੁਰੂ ਕਰ ਦਿੰਦਾ ਹੈ। ਕਿਸ ਕੇਸ ਦੇ ਵਿੱਚ? ਇੰਡਕਟਿਵ ਥਿੰਕਿੰਗ ਦੇ ਵਿੱਚ। ਮੂਰਤ ਤੋਂ ਅਮੂਰਤ, ਕੰਕਰੀਟ ਤੋਂ ਅਬਸਟਰੈਕਟ ਥਿੰਕਿੰਗ ਵੱਲ ਨੂੰ ਆ ਜਾਂਦਾ ਬੱਚਾ। ਗਿਆਨ ਤੋਂ ਅਗਿਆਨਤਾ, ਨੋਨ ਤੋਂ ਅਨਨੋਨ ਮਤਲਬ ਜਿਸ ਬਾਰੇ ਬੱਚਾ ਪਹਿਲਾਂ ਜਾਣਦਾ ਹੈ ਔਰ ਜਿਸ ਬਾਰੇ ਨਹੀਂ ਜਾਣਦਾ ਉਹਨੂੰ ਅੱਗੇ ਪ੍ਰੋਸੀਡ ਕਰਨਾ ਸ਼ੁਰੂ ਕਰ ਦਿੰਦਾ। ਨੋਨ ਟੂ ਅਨਨੋਨ, ਗਿਆਨ ਤੋਂ ਅਗਿਆਨਤਾਵਾਦ ਮਤਲਬ ਇੱਕ ਵਾਰੀ ਉਹਨੂੰ ਕੋਈ ਗਿਆਨ ਪ੍ਰਾਪਤ ਹੋ ਗਿਆ ਹੈ, ਹੁਣ ਉਹ ਅੱਗੇ ਜਿਹੜਾ ਗਿਆਨ ਉਹਨੂੰ ਨਹੀਂ ਪ੍ਰਾਪਤ ਹੈ, ਜਿਹੜਾ ਗਿਆਨ ਤੋਂ ਉਹ ਬਿਲਕੁਲ ਵਾਂਝਾ ਹੈ, ਉਸ ਗਿਆਨ ਨੂੰ ਜਾਣਨ ਦੀ ਕੋਸ਼ਿਸ਼ ਜਿਹੜੀ ਹੈ ਉਹਦੇ 'ਚ ਤਤਪਰਤਾ ਜਿਹੜੀ ਹੈ ਉਹ ਜ਼ਾਹਿਰ ਹੁੰਦੀ ਹੈ। ਤਾਂ ਮੂਰਤ ਤੋਂ ਅਮੂਰਤ ਮਤਲਬ ਕੰਕਰੀਟ ਤੋਂ ਅਬਸਟਰੈਕਟ ਥਿੰਕਿੰਗ ਵੱਲ ਜਿਹੜਾ ਬੱਚਾ ਵੱਧਦਾ ਹੈ। ਵਿਸ਼ਿਸ਼ਟ ਤੋਂ ਸਧਾਰਨ, ਪਾਰਟੀਕੂਲਰ ਤੋਂ ਸਪੈਸੀਫਿਕ, ਤਾਂ ਜਾਂ ਫਿਰ ਪਾਰਟੀਕੂਲਰ ਤੋਂ ਜਨਰਲ ਕਹਿ ਲਓ ਜਾਂ ਸਪੈਸੀਫਿਕ ਤੋਂ ਜਨਰਲ ਕਹਿ ਲਓ ਬੱਚੇ, ਸੇਮ ਚੀਜ਼ ਹੈ। ਤਾਂ ਇਹ ਜਿਹੜੀਆਂ ਤੁਹਾਨੂੰ ਚੀਜ਼ਾਂ ਨੇ ਪੁੱਛੀਆਂ ਜਾ ਸਕਦੀਆਂ ਨੇ ਕਿ ਇਹ ਕਿਸ ਪਿਆਜੇ ਦੀ ਕਿਸ ਸਟੇਜ ਦੇ ਅੰਡਰ ਆਉਂਦੀਆਂ ਪਈਆਂ ਤੇ ਕਿਸ ਸਟੇਜ ਦੇ ਅੰਡਰ ਆ ਰਹੀਆਂ ਬੱਚੇ? ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ, ਜਿਹੜੀ ਪਿਆਜੇ ਦੀ 3rd ਸਟੇਜ ਹੈਗੀ ਹੈ। ਠੀਕ ਹੈ, ਤਾਂ ਪਹਿਲਾਂ ਜਿਹੜੇ ਬੱਚਿਆਂ ਨੂੰ ਮੈਂ ਵਾਰ-ਵਾਰ ਕਹਿ ਰਹੀ ਹਾਂ, ਜਿਹੜੇ ਬੱਚਿਆਂ ਨੇ ਇਸ ਤੋਂ ਪਹਿਲੇ ਵਾਲੇ ਪਾਰਟਸ ਨਹੀਂ ਦੇਖੇ ਜੀਨ ਪਿਆਜੇ ਦੀ ਥਿਊਰੀ ਦੇ, ਤੇ ਬੱਚੇ ਤੁਸੀਂ ਜ਼ਰੂਰ ਦੇਖਣੇ ਹੈ, ਤਾਂ ਹੀ ਅੱਗੇ ਪ੍ਰੋਸੀਡ ਕਰਨਾ ਹੈ, ਲੈਕਚਰ ਤਾਂ ਹੀ ਸਮਝ ਆਉਣ ਵਾਲਾ ਹੈ। ਤਾਂ ਨੈਕਸਟ ਆਪਣੇ ਕੋਲ ਲਾਸਟ ਜਿਹੜੀ ਸਟੇਜ 4th ਸਟੇਜ ਕਿਹੜੀ ਆ ਜਾਂਦੀ ਹੈ? ਫਾਰਮਲ ਆਪਰੇਸ਼ਨਲ ਸਟੇਟ ਜਿਹੜੀ ਹੈ ਆ ਜਾਂਦੀ ਹੈ। ਤਾਂ ਇਹਨੂੰ ਸਟੇਟ ਵੀ ਕਹਿ ਦਿੰਦੇ ਨੇ ਬੱਚੇ, ਸਟੇਜ ਵੀ ਕਹਿ ਲੈਂਦੇ ਨੇ। ਠੀਕ ਹੈ, ਤਾਂ 11 ਇਅਰਸ ਤੋਂ 15 ਇਅਰਸ ਦੇ ਵਿੱਚ ਚੱਲਦਾ ਹੈ, ਜਾਂ ਟਿਲ ਅਡੋਲੇਸੈਂਸ, ਜਦੋਂ ਤੱਕ ਬੱਚਾ ਜਿਹੜਾ ਮੈਚਿਓਰਿਟੀ ਲੈਵਲ ਤੇ ਆ ਜਾਂਦਾ ਹੈ। 11 ਤੋਂ 15, 11 ਤੋਂ 15 ਸਾਲ ਤੱਕ ਆਮੂਰਤ ਦਾ ਵਿਕਾਸ, ਡਿਵੈਲਪਮੈਂਟ ਆਫ ਐਬਸਟਰੈਕਟ ਥਿੰਕਿੰਗ, ਬੱਚੇ ਦੇ ਵਿੱਚ ਐਬਸਟਰੈਕਟ ਥਿੰਕਿੰਗ, ਆਮੂਰਤ ਦਾ ਵਿਕਾਸ ਮਤਲਬ ਜਿਹੜੀ ਬੱਚੇ ਦੇ ਸਾਹਮਣੇ ਪਿਕਚਰ ਨਹੀਂ ਵੀ ਹੈਗੀ ਫਿਰ ਵੀ ਬੱਚਾ ਉਹਦੇ ਬਾਰੇ ਕਲਪਨਾ ਕਰਕੇ ਉਸ ਪਿਕਚਰ ਬਾਰੇ ਫਿਰ ਵੀ ਸੋਚਣ ਲੱਗ ਜਾਂਦਾ ਹੈ ਕਿ ਇਹ ਚੀਜ਼ ਇੱਦਾਂ ਦੀ ਹੋਏਗੀ ਜਾਂ ਇਸ ਤਰ੍ਹਾਂ ਦੀ ਹੋਏਗੀ। ਨਿਗਮਨ ਤਰਕ ਦਾ ਵਿਕਾਸ, ਡਿਵੈਲਪਮੈਂਟ ਆਫ ਡਿਡਕਟਿਵ ਥਿੰਕਿੰਗ। ਤਾਂ ਬੱਚੇ ਕਲੀਅਰ ਹੋ ਰਹੀ ਹੈ ਗੱਲ ਕਿ ਅਸੀਂ 3rd ਸਟੇਜ ਦੇ ਵਿੱਚ ਇੰਡਕਟਿਵ ਥਿੰਕਿੰਗ ਬਾਰੇ ਪੜ੍ਹੇ ਆ, 4th ਸਟੇਜ ਦੇ ਵਿੱਚ ਅਸੀਂ ਕਿਸ ਲੌਜਿਕ ਬਾਰੇ ਪੜ੍ਹ ਰਹੇ ਹਾਂ? ਡਿਡਕਟਿਵ, ਜਿਹੜੀ ਕਿੱਥੋਂ ਚੱਲਦੀ ਹੈ? ਰੂਲ ਟੂ ਐਗਜ਼ਾਮਪਲ ਚੱਲਦੀ ਹੈ। ਤਾਂ ਇੰਡਕਟਿਵ ਦੇ ਵਿੱਚ ਅਸੀਂ ਦੇਖੋ ਪਿੱਛੇ ਕੀ ਪੜ੍ਹਿਆ? ਐਗਜ਼ਾਮਪਲ ਟੂ ਰੂਲ, ਐਂਡ ਡਿਡਕਟਿਵ ਕਿੱਥੋਂ ਚੱਲ ਰਹੀ ਹੈ? ਰੂਲ ਟੂ ਐਗਜ਼ਾਮਪਲ। ਤਾਂ ਇਹਦੇ ਵਿੱਚ ਡਿਫਰੈਂਸ ਹੈਗਾ, ਇਸ ਚੀਜ਼ ਦੇ ਬਾਰੇ ਕਨਫਿਊਜ਼ ਨਹੀਂ ਹੋਣਾ ਬਿਲਕੁਲ ਵੀ। ਇਹਦੇ ਰਿਲੇਟਡ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਬੱਚੇ, ਸ਼ੋਰਟੀ ਹੈ ਕਿ ਕੁਐਸਚਨ ਇਹ ਆਉਣਾ ਹੀ ਆਉਣਾ ਹੈ ਕਿ ਇੰਡਕਟਿਵ ਥਿੰਕਿੰਗ ਕਿਹੜੀ ਹੁੰਦੀ ਹੈ, ਡਿਡਕਟਿਵ ਥਿੰਕਿੰਗ ਕਿਹੜੀ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਇਹਦੇ 'ਚ ਆਪਾਂ ਕੀ ਗੱਲ ਕਰਨੀ ਹੈ? ਐਗਜ਼ਾਮਪਲ ਟੂ, ਇਹ ਰੂਲ ਚੱਲਦੀ ਹੈ, ਔਰ ਇਹ ਕੀ ਚੱਲਦੀ ਹੈ? ਰੂਲ ਟੂ ਐਗਜ਼ਾਮਪਲ ਦਿੱਤੀ ਚੱਲਦੀ ਹੈ। ਮਤਲਬ ਇਹਦੇ 'ਚ ਪਹਿਲਾਂ ਬੱਚੇ ਨੂੰ ਐਗਜ਼ਾਮਪਲ ਦਿੱਤੀ ਜਾਂਦੀ ਹੈ, ਫਿਰ ਉਸ ਰੂਲ ਦੇ ਬਾਰੇ ਸਮਝਾਇਆ ਜਾਂਦਾ ਹੈ। ਇਹਦੇ 'ਚ ਪਹਿਲਾਂ ਰੂਲ ਦੱਸਿਆ ਜਾਂਦਾ ਹੈ, ਉਹ ਫਿਰ ਉਸ ਦੀਆਂ ਐਗਜ਼ਾਮਪਲਸ ਜਿਹੜੀਆਂ ਦਿੱਤੀਆਂ ਜਾਂਦੀਆਂ। ਠੀਕ ਹੈ, ਤਾਂ ਇਹ ਵਿਸ਼ੇਸ਼ ਤੋਂ ਸਧਾਰਨ ਵੱਲ ਚੱਲਦੀ ਹੈ। ਮਤਲਬ ਇਹ ਜਿਹੜੀ ਹੈ ਸਪੈਸੀਫਿਕ ਟੂ ਜਨਰਲ ਚੱਲਦੀ ਹੈ। ਉਹ ਕਿੱਥੇ ਚੱਲਦੀ ਸੀ ਦੇਖੋ? ਸਪੈਸੀਫਿਕ ਪਾਰਟੀਕੂਲਰ ਟੂ ਜਨਰਲ ਜਾਂ ਸਪੈਸੀਫਿਕ ਵਿਸ਼ਿਸ਼ਟ ਤੋਂ ਸਧਾਰਨ ਵੱਲ ਜਿਹੜੀ ਹੈ। ਔਰ ਇਹ ਕਿੱਥੇ ਚੱਲ ਰਹੀ ਹੈ? ਵਿਸ਼ੇਸ਼ ਤੋਂ ਸਧਾਰਨ ਵੱਲ। ਸੇਮ ਚੀਜ਼ ਹੈ ਬੱਚੇ, ਮੂਰਤ ਤੋਂ ਅਮੂਰਤ, ਅਬਸਟਰੈਕਟ ਟੂ ਕੰਕਰੀਟ। ਇਹ ਡਿਫਰੈਂਸ ਜਿਹੜਾ ਤੁਹਾਨੂੰ ਧਿਆਨ 'ਚ ਹੋਣਾ ਚਾਹੀਦਾ ਹੈ। ਇਹ ਕੰਕਰੀਟ ਟੂ ਅਬਸਟਰੈਕਟ ਹੈ, ਇਹ ਕੀ ਹੈ? ਅਬਸਟਰੈਕਟ ਟੂ ਕੰਕਰੀਟ ਹੈ। ਠੀਕ ਹੈ, ਨੈਕਸਟ ਆ ਗਿਆ ਤੁਹਾਡੇ ਕੋਲ ਅਨਨੋਨ ਟੂ ਨੋਨ। ਉਹ ਕੀ ਸੀ? ਨੋਨ ਟੂ ਅਨਨੋਨ ਚੱਲਦੀ ਪਈ ਸੀ, ਇਹ ਅਨਨੋਨ ਟੂ ਨੋਨ ਹੈ। ਬੱਚੇ ਇੱਥੇ ਥੋੜੀ ਮਿਸਟੇਕ ਹੈਗੀ ਹੈ, ਇਹਨੂੰ ਜਿਹੜਾ ਹੈ ਨਾ ਤੁਸੀਂ ਕਲੀਅਰ ਕਰ ਲੈਣਾ। ਵਿਸ਼ਿਸ਼ਟ ਤੋਂ ਸਧਾਰਨ ਵੱਲ ਜਿਹੜੀ ਹੈ ਨਾ ਉਹ ਜਰਨਲ ਤੋਂ ਸਪੈਸੀਫਿਕ ਕਰ ਲੈਣਾ। ਤਾਂ ਨੈਕਸਟ ਆ ਗਿਆ ਵਿਸ਼ੇਸ਼ ਤੋਂ। ਇੱਕ ਦੇ ਵਿੱਚ ਜਰਨਲ ਤੋਂ ਸਪੈਸੀਫਿਕ ਹੈ, ਦੂਜੇ ਦੇ ਵਿੱਚ ਸਪੈਸੀਫਿਕ ਟੂ ਜਰਨਲ ਹੈ। ਦੋਨਾਂ ਦੇ ਵਿੱਚ ਸੇਮ ਨਹੀਂ ਹੈਗਾ, ਇਹ ਦੇਖਣਾ ਤੁਸੀਂ ਧਿਆਨ ਦੇ ਨਾਲ।
ਠੀਕ ਹੈ, ਇਹ ਪੁਆਇੰਟ ਦੇ ਵਿੱਚ ਮਿਸਟੇਕ ਹੈ। ਨੈਕਸਟ ਆ ਗਿਆ ਮੂਰਤ ਤੋਂ ਅਮੂਰਤ, ਅਬਸਟਰੈਕਟ ਟੂ ਕੰਕਰੀਟ। ਉਹ ਕੰਕਰੀਟ ਟੂ ਅਬਸਟਰੈਕਟ ਸੀ, ਅਬਸਟਰੈਕਟ ਟੂ ਕੰਕਰੀਟ ਹੈ। ਤੇ ਇਹ ਅਗਿਆਤ ਤੋਂ ਗਿਆਤ ਸੀ, ਉਹ ਨੋਨ ਟੂ ਅਨਨੋਨ ਚੱਲਦੀ ਸੀ, ਇਹ ਅਨਨੋਨ ਟੂ ਨੋਨ ਚੱਲਦੀ। ਇੱਕ ਤਾਂ ਡਿਫਰੈਂਸ ਆ ਗਿਆ ਤੁਹਾਨੂੰ, ਠੀਕ ਹੈ। ਔਰ ਇੱਕ ਇੰਡਕਟਿਵ ਐਂਡ ਡਿਡਕਟਿਵ ਥਿੰਕਿੰਗ ਬਾਰੇ ਜਿਹੜੀ ਹੈ ਉਹ ਪੂਰੇ ਦੇ ਪੂਰੇ ਪੁਆਇੰਟਸ ਜਿਹੜੇ ਨੇ ਤੁਸੀਂ ਯਾਦ ਰੱਖਣੇ ਆ, ਇਹਦੇ ਰਿਲੇਟਡ ਹੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਵਿਸ਼ਲੇਸ਼ਣਾਤਮਕ ਚਿੰਤਨ ਦਾ ਵਿਕਾਸ, ਡਿਵੈਲਪਮੈਂਟ ਆਫ ਐਨਾਲਿਟਿਕ ਥਿੰਕਿੰਗ। ਬੱਚਾ ਕੋਈ ਵਿਸ਼ੇਸ਼ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ, ਕੁਝ ਇੰਪੋਰਟੈਂਟ ਚੀਜ਼ਾਂ ਬਾਰੇ ਬੱਚਾ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੰਦਾ ਹੈ, ਜਿਹੜੀਆਂ ਉਹਨੂੰ ਬਿਲਕੁਲ ਸਹੀ, ਜਿਹੜੀਆਂ ਉਹਨੂੰ ਇੰਪੋਰਟੈਂਟ ਲੱਗਦੀਆਂ ਨੇ, ਵਿਸ਼ੇਸ਼ ਲੱਗਦੀਆਂ ਨੇ। ਤਾਂ ਕਲਪਨਾਤਮਕ, ਬੱਚਾ ਕਲਪਨਾ ਕਰਨ ਲੱਗ ਜਾਂਦਾ ਹੈ, ਹਾਈਪੋਥੈਟੀਕਲ ਥਿੰਕਿੰਗ ਹੋ ਜਾਂਦੀ ਹੈ। ਕਾਲਪਨਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਬੱਚੇ ਦੇ ਵਿੱਚ ਕਿ ਇਹ ਚੀਜ਼ਾਂ ਅਗਰ ਇੱਦਾਂ ਹੋ ਜਾਣ ਜਾਂ ਇੱਦਾਂ ਹੋ ਜਾਣ, ਬੱਚਾ ਕਰਦਾ ਨਹੀਂ ਪਰ ਕਲਪਨਾ ਕਰਦਾ ਹੈ ਉਸ ਚੀਜ਼ ਦੀ, ਕਿ ਉਹ ਚੀਜ਼ ਜਿਹੜੀ ਹੈ ਹਾਈਪੋਥੈਟੀਕਲ ਥਿੰਕਿੰਗ ਦੇ ਅੰਡਰ ਆਉਂਦੀ ਹੈ, ਕਿ ਇਹਦੇ 'ਚ ਬੱਚਾ ਕਾਲਪਨਿਕ ਸੋਚ ਵਾਲਾ ਹੋ ਜਾਂਦਾ ਹੈ। ਕਿਸ ਸਟੇਜ ਦੇ ਵਿੱਚ? ਪਿਆਜੇ ਦੀ 4th ਸਟੇਜ ਕਿਹੜੀ ਹੈ? ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ, ਠੀਕ ਹੈ। ਤਾਂ ਕੁਐਸਚਨ ਕਿਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਬੱਚੇ ਵਿੱਚ ਕਾਲਪਨਿਕ ਸਟੇਜ ਜਿਹੜੀ ਹੈ ਪਿਆਜੇ ਦੇ ਅਕੋਰਡਿੰਗ ਕਿਸ ਸਟੇਜ ਦੇ ਅੰਡਰ ਆਉਂਦੀ ਹੈ? ਕਦੋਂ ਹਾਈਪੋਥੈਟੀਕਲ ਥਿੰਕਿੰਗ ਆਉਂਦੀ ਹੈ? ਤਾਂ 4th ਸਟੇਜ ਦੇ ਅੰਡਰ, ਜਦੋਂ ਕਿ ਫਾਰਮਲ ਆਪਰੇਸ਼ਨਲ ਸਟੇਜ ਹੈ ਜਿਹੜੀ 11 ਤੋਂ 15 ਸਾਲ ਦੇ ਅੰਡਰ ਚੱਲਦੀ ਹੈ, ਠੀਕ ਹੈ, 11 to 15 ਇਅਰਸ ਦੇ ਵਿੱਚ। ਸਮੱਸਿਆ ਸਮਾਧਾਨ ਦੀਆਂ ਯੋਗਤਾਵਾਂ, ਤਾਂ ਕੁਐਸਚਨ ਪ੍ਰੋਬਲਮ ਸੋਲਵਿੰਗ ਅਬਿਲਿਟੀ ਆ ਜਾਂਦੀ ਬੱਚੇ ਦੇ ਵਿੱਚ, ਠੀਕ ਹੈ। ਪ੍ਰੋਬਲਮ ਸੋਲਵ ਕਰਨਾ ਸ਼ੁਰੂ ਕਰ ਦਿੰਦਾ ਬੱਚਾ, ਪ੍ਰੋਬਲਮ ਸੋਲਵਿੰਗ ਅਬਿਲਿਟੀ ਆ ਜਾਂਦੀ ਬੱਚੇ ਦੇ ਵਿੱਚ। ਕਾਫੀ ਸਾਰੇ ਮੈਥਸ ਰਿਲੇਟਡ ਫਾਰਮੂਲਾ ਨੂੰ ਸੋਲਵ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿੱਦਾਂ ਮੈਂ ਤੁਹਾਨੂੰ ਹੁਣ ਐਗਜ਼ਾਮਪਲ ਦਿੱਤੀ ਸੀ, ਅਗਰ ਬੱਚੇ ਨੂੰ ਆਹ ਚੀਜ਼ ਕਹੀ ਹੈ ਤਾਂ ਬੱਚਾ ਇਹ ਚੀਜ਼ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਕਿ a+b ਜਾਂ b+a ਜਿਹੜੀ ਹੈ ਸੇਮ ਚੀਜ਼ ਹੈ, ਠੀਕ ਹੈ। ਤਾਂ ਪ੍ਰੋਬਲਮ ਸੋਲਵਿੰਗ। ਇਸ ਤੋਂ ਇਲਾਵਾ ਅਗਰ a+b ਅਗਰ ਅਸੀਂ ਕਹੀਏ ਕਿ 10 ਹੈ, ਤਾਂ ਅਗਰ b ਦੀ ਵੈਲਿਊ ਕੱਢਣੀ ਹੋਈ ਤਾਂ ਬੱਚੇ ਨੂੰ ਪਤਾ ਚੱਲ ਜਾਂਦਾ ਕਿ 10 - a ਹੋਏਗੀ, ਕਲੀਅਰ ਹੈ। ਤਾਂ ਇਸ ਤਰ੍ਹਾਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ, ਪ੍ਰੋਬਲਮ ਨੂੰ ਜਿਹੜੇ ਸੋਲਵ ਕਰ ਪਾਉਂਦਾ ਹੈ, ਕਾਲਪਨਿਕ ਸ਼ਕਤੀ ਦਾ ਵਿਕਾਸ ਹੋ ਜਾਂਦਾ ਹੈ, ਔਰ ਐਨਾਲਿਟਿਕ ਥਿੰਕਿੰਗ ਬੱਚੇ 'ਚ ਆ ਜਾਂਦੀ ਹੈ। ਔਰ ਇਹਦੇ ਨਾਲ ਹੀ ਬੱਚੇ ਤੁਹਾਡਾ ਜਿਹੜਾ ਜੀਨ ਪਿਆਜੇ ਦਾ ਟੌਪਿਕ ਹੈ ਪੂਰੀ ਤਰ੍ਹਾਂ ਕੰਪਲੀਟ ਹੈ। ਸਾਰੀਆਂ ਸਟੇਜਿਸ ਦੇ ਨਾਲ ਅਸੀਂ ਉਹਨਾਂ ਦੇ ਸਬ ਸਟੇਜਿਸ ਬਾਰੇ ਸਟੱਡੀ ਕਰ ਚੁੱਕੇ ਹਾਂ, ਔਰ ਲਗਭਗ 5 ਪਾਰਟਸ ਦੇ ਵਿੱਚ ਇਹ ਜਿਹੜਾ ਤੁਹਾਡੀ ਥਿਊਰੀ ਅਸੀਂ ਕੰਪਲੀਟ ਕੀਤੀ ਹੈ। ਔਰ ਇਹ ਤੁਹਾਨੂੰ ਓਪਨ ਹੀ ਸਾਡੇ ਚੈਨਲ ਦੇ ਉੱਪਰ ਲੈਕਚਰ ਮਿਲਣਗੇ, ਜਿਹੜਾ ਵੀ ਬੱਚਾ ਦੇਖਣਾ ਚਾਹੁੰਦਾ ਹੈ ਸਟੈਪ ਬਾਏ ਸਟੈਪ ਤੁਸੀਂ ਇਸ ਲੈਕਚਰ ਨੂੰ ਵਾਚ ਕਰ ਸਕਦੇ ਹੋ। ਅਗਰ ਇਸ ਰਿਲੇਟਡ ਤੁਹਾਨੂੰ ਕੋਈ ਵੀ ਕੁਐਰੀ ਚਾਹੀਦੀ ਹੈ ਤਾਂ ਤੁਸੀਂ ਅਕੈਡਮੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਸਕਰੀਨ ਦੇ ਉੱਪਰ ਜੋ ਵੀ ਨੰਬਰ ਡਿਸਪਲੇ ਹੋ ਰਿਹਾ ਤੁਸੀਂ ਉਹਦੇ ਤੇ ਕੁਐਰੀ ਦੇ ਸਕਦੇ ਹੋ। ਔਰ ਇਹਦੇ ਰਿਲੇਟਡ ਅਸੀਂ ਕੁਝ MCQs ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ MCQs ਜਿਹੜਾ ਆ ਰਿਹਾ ਸਾਡੇ ਕੋਲ ਕੀ ਆ ਰਿਹਾ ਹੈ, ਪਿਆਜੇ ਨੂੰ ਮੁੱਖ ਤੌਰ ਤੇ ਕਿਸ ਦੇ ਅਧਿਐਨ ਲਈ ਜਾਣਿਆ ਜਾਂਦਾ ਹੈ? ਪਿਆਜੇ ਇਜ਼ ਮੇਨਲੀ ਨੋਨ ਫੋਰ ਸਟੱਡਿੰਗ। ਕਿਸ ਚੀਜ਼ ਦੀ ਸਟੱਡੀ ਲਈ ਪਿਆਜੇ ਨੂੰ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ? ਤਾਂ ਅਸੀਂ ਥਿਊਰੀ ਦੇ ਵਿੱਚ ਬੱਚੇ ਬਹੁਤ ਡਿਟੇਲ ਦੇ ਵਿੱਚ ਪੜ੍ਹ ਚੁੱਕੇ ਹਾਂ। ਸਭ ਤੋਂ ਪਹਿਲਾਂ ਆ ਗਿਆ ਲੈਂਗੁਏਜ ਡਿਵੈਲਪਮੈਂਟ, ਨੈਕਸਟ ਆ ਗਿਆ ਸੈਕਸ਼ੂਅਲ ਡਿਵੈਲਪਮੈਂਟ। ਤਾਂ ਬੱਚੇ ਕਲੀਅਰ ਹੋ ਗਈ ਹੋਣੀ ਗੱਲ ਤੁਹਾਨੂੰ ਆਪਸ਼ਨਸ ਦੇਖ ਕੇ, ਕੋਗਨੀਟਿਵ ਡਿਵੈਲਪਮੈਂਟ, ਸੋਸ਼ਲ ਡਿਵੈਲਪਮੈਂਟ। ਤਾਂ ਜਿਹੜੇ ਬੱਚੇ ਨੇ ਵੀ ਥਿਊਰੀ ਦੇਖੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹਨੂੰ ਇਹ ਕੁਐਸਚਨ ਨਹੀਂ ਆਉਂਦਾ ਹੋਏਗਾ। ਤਾਂ ਅਸੀਂ ਪਿਆਜੇ ਦੀ ਜਿਹੜੀ ਥਿਊਰੀ ਦਾ ਨਾਮ ਹੀ ਕੀ ਸੀ? ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਔਰ ਅਗਰ ਸੋਸ਼ਲ ਦੀ ਗੱਲ ਕਰੀਏ ਤਾਂ ਬੱਚੇ ਸੋਸ਼ਲ ਡਿਵੈਲਪਮੈਂਟ ਦੀ ਥਿਊਰੀ ਵਾਈਗੋਸਕੀ ਨੇ ਦਿੱਤੀ ਸੀ, ਠੀਕ ਹੈ। ਤਾਂ ਵਾਈਗੋਸਕੀ ਨੇ ਦਿੱਤੀ ਸੀ ਸੋਸ਼ਲ ਡਿਵੈਲਪਮੈਂਟ ਥਿਊਰੀ। ਔਰ ਇਸ ਤੋਂ ਬਾਅਦ ਕੋਗਨੀਟਿਵ ਔਰ ਲੈਂਗੁਏਜ ਡਿਵੈਲਪਮੈਂਟ ਔਰ ਸੈਕਸ਼ੂਅਲ ਡਿਵੈਲਪਮੈਂਟ ਬੱਚੇ ਕੋਈ ਪਾਰਟਿਕੂਲਰ ਥਿਊਰੀ ਨਹੀਂ ਹੈ, ਇਹਨਾਂ ਨੂੰ ਕਾਫੀ ਸਾਰੇ ਸਾਈਕੋਲੋਜਿਸਟ ਨੇ ਦਿੱਤੀ ਸੀ। ਬਰੂਨਰ ਨੇ ਵੀ ਲੈਂਗੁਏਜ ਦੀ ਗੱਲ ਕਰੀ ਸੀ, ਔਰ ਲੈਂਗੁਏਜ ਦੀ ਗੱਲ ਦੇਖੀ ਜਾਵੇ ਤਾਂ ਪਿਆਜੇ ਨੇ ਵੀ ਕਰੀ ਸੀ। ਪਰ ਜਿਹੜੀ ਪਿਆਜੇ ਦੀ ਮੇਨ ਜਿਹੜੀ ਥਿਊਰੀ ਰਹੀ ਸੀ ਉਹ ਕਿਹੜੀ ਸੀ? ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਔਰ ਲੈਂਗੁਏਜ ਦੀ ਜਿਹੜੀ ਭਾਸ਼ਾ ਦਾ ਵਿਕਾਸ ਦੀ ਗੱਲ ਵਾਈਗੋਸਕੀ ਨੇ ਵੀ ਕਰੀ ਸੀ। ਔਰ ਅਸੀਂ ਪਿਆਜੇ ਦੇ ਅਕੋਰਡਿੰਗ ਚੱਲਣਾ ਹੈ ਤਾਂ ਜਿਹੜੀ C ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ। ਨੈਕਸਟ, ਅਕੋਰਡਿੰਗ ਟੂ ਜੀਨ ਪਿਆਜੇ ਵਿਚ ਆਫ ਦਾ ਫੋਲੋਇੰਗ ਇਜ਼ ਨੈਸੈਸਰੀ ਫॉर ਲਰਨਿੰਗ। ਲਰਨਿੰਗ ਦੇ ਲਈ ਜੀਨ ਪਿਆਜੇ ਦੇ ਅਨੁਸਾਰ ਸਿੱਖਣ ਵੇਲੇ ਇਹਨਾਂ ਵਿੱਚੋਂ ਕੀ ਜ਼ਿਆਦਾ ਜ਼ਰੂਰੀ ਹੈ? ਕੀ ਜ਼ਰੂਰੀ ਹੈ? ਦੇਖੋ ਬੱਚੇ, ਕੀ ਜ਼ਰੂਰੀ ਹੈ? ਆਬਜ਼ਰਵਿੰਗ ਦਾ ਬਿਹੇਵੀਅਰ ਆਫ ਅਡਲਟਸ, ਵੱਡਿਆਂ ਦੇ ਵਿਵਹਾਰ ਦਾ ਅਵਲੋਕਨ। ਵੱਡਿਆਂ ਦੇ ਵਿਵਹਾਰ ਨਾਲ ਸਾਨੂੰ ਕੋਈ ਮਤਲਬ ਨਹੀਂ। ਇਹ ਕੀ ਹੈ? ਇਹ ਨਹੀਂ ਹੈ ਕਿ ਅਸੀਂ ਜਿਹੜਾ ਸਿੱਖਣਾ ਹੈ ਉਹ ਸਿਰਫ ਦੂਜਿਆਂ ਦੇ ਬਿਹੇਵੀਅਰ 'ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਸਿੱਖਣਾ ਹੈ, ਵੀ ਜੋ ਵੱਡਿਆਂ ਦਾ ਵਿਵਹਾਰ ਹੈ ਉਹਦੇ ਅਕੋਰਡਿੰਗ ਅਸੀਂ ਜ਼ਰੂਰੀ ਥੋੜ੍ਹੀ ਕਿ ਬੱਚਾ ਸਿੱਖੇਗਾ। ਬਿਲੀਫ ਇਨ ਇਮੈਨਮੈਂਟ ਜਸਟਿਸ, ਈਸ਼ਵਰ ਦੇ ਨਿਆਂ ਵਿੱਚ ਉੱਚ ਵਿਸ਼ਵਾਸ। ਨਹੀਂ ਬੱਚੇ, ਸਿਰਫ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੋਣਾ ਹੀ ਲਰਨਿੰਗ ਨਹੀਂ ਹੈ, ਠੀਕ ਹੈ। ਲਰਨਿੰਗ ਕਿੱਥੋਂ? ਸਿੱਖਿਆਰਥੀ ਦਾ ਸਿੱਖਣਾ ਟੀਚਰਸ ਦੇ ਥਰੂ, ਪੇਰੈਂਟਸ ਦੇ ਥਰੂ ਜਾਂ ਵਾਤਾਵਰਨ ਦੇ ਥਰੂ, ਉਹ ਜਿਹੜਾ ਵੀ ਸਾਨੂੰ ਪੁਆਇੰਟ ਬਿਲਕੁਲ ਕਰੈਕਟ ਲੱਗੇਗਾ ਉਹਦੇ 'ਤੇ ਅਸੀਂ ਟਿਕ ਲਗਾਵਾਂਗੇ। ਤਾਂ ਅਧਿਆਪਕ ਅਤੇ ਮਾਤਾ ਪਿਤਾ ਦੁਆਰਾ
ਪੁਨਰਬਲਨ। ਤਾਂ ਬੱਚੇ ਇਹਨਾਂ ਨੇ ਸਿਰਫ ਇਹੀ ਗੱਲ ਕਹਿ ਦਿੱਤੀ, ਇਹਨਾਂ ਨੇ ਕੀ ਗੱਲ ਕਰਤੀ, ਸਿਰਫ ਅਧਿਆਪਕ ਤੇ ਮਾਤਾ ਪਿਤਾ ਨਹੀਂ ਬੱਚੇ, ਅਧਿਆਪਕ ਤੇ ਮਾਤਾ ਪਿਤਾ ਦੇ ਥਰੂ ਹੀ ਸਿਰਫ ਸਿੱਖਣਾ ਜ਼ਰੂਰੀ ਨਹੀਂ ਹੈ ਜੀਨ ਪਿਆਜੇ ਦੇ ਅਕੋਰਡਿੰਗ। ਤਾਂ ਸਿੱਖਿਆਰਥੀ ਦੁਆਰਾ ਵਾਤਾਵਰਨ ਦੀ ਸਕਿਰਿਆਸ਼ੀਲ ਖੋਜ, ਬੱਚਾ ਖੁਦ ਖੋਜੀ ਬਣੇ, ਬੱਚਾ ਖੁਦ ਖੋਜ ਕਰਕੇ ਸਿੱਖੇ, ਵਾਤਾਵਰਨ ਦੇ ਵਿੱਚ ਰਹਿ ਕੇ ਬੱਚਾ ਕੀ ਇਹ ਸਕਿਰਿਆਸ਼ੀਲ ਹੋਵੇ, ਕਿਰਿਆਵਾਂ ਕਰਦਾ ਹੋਇਆ ਸਿੱਖੇ। ਤਾਂ ਪਿਆਜੇ ਦੇ ਅਕੋਰਡਿੰਗ ਜਿਹੜਾ ਡੀ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ, ਐਕਟਿਵ ਐਕਸਪਲੋਰੇਸ਼ਨ ਆਫ ਇਨਵਾਇਰਨਮੈਂਟ ਬਾਏ ਲਰਨਰ, ਸਿੱਖਿਆਰਥੀ ਦੁਆਰਾ ਵਾਤਾਵਰਨ ਦੀ ਸਕਿਰਿਆਸ਼ੀਲ ਖੋਜ। ਤਾਂ ਦੈਟ ਇਜ਼ ਕਰੈਕਟ ਆਪਸ਼ਨ ਬੱਚੇ, ਠੀਕ ਹੈ। ਨੈਕਸਟ ਥਰਡ MCQ, ਅਕੋਰਡਿੰਗ ਟੂ ਪਿਆਜੇ ਸਪੈਸੀਫਿਕ ਸਾਈਕੋਲੋਜੀਕਲ ਸਟਰਕਚਰਸ ways of making sense of experience are called, ਜੀਨ ਪਿਆਜੇ ਦੇ ਅਨੁਸਾਰ ਵਿਸ਼ਿਸ਼ਟ ਮਨੋਵਿਗਿਆਨਿਕ ਢਾਂਚਾ ਮਤਲਬ ਤਜਰਬੇ ਤੋਂ organized ways of making sense of experiences, ਤਜਰਬੇ ਤੋਂ ਸਹੀ ਅਰਥ ਕੱਢਣ ਵਾਲੇ ਵਿਵਸਥਿਤ ਤਰੀਕੇ ਕਿਹਨੂੰ ਕਹਿੰਦੇ ਨੇ। ਦੇਖੋ ਬਹੁਤ ਡਿਟੇਲ ਦੇ ਵਿੱਚ ਸਟੱਡੀ ਬੱਚੇ ਅਸੀਂ ਇਸ ਦੇ ਉੱਪਰ ਕੀਤੀ ਹੈ ਕਿ ਪਿਆਜੇ ਦੀ ਜਿਹੜੀ ਸਪੈਸੀਫਿਕ ਸਾਈਕੋਲੋਜੀਕਲ ਸਟਰਕਚਰਸ ਕਿਹਨੂੰ ਕਿਹਾ ਗਿਆ ਸੀ, ਮਤਲਬ ਜਿਹਦੇ ਨਾਲ ਅਸੀਂ ਆਪਦੇ ਸੈਂਸਿਸ ਦਾ ਐਕਸਪੀਰੀਅੰਸ ਲੈਣਾ ਹੈ। ਤਾਂ ਕਿਹਨੂੰ ਕਿਹਾ ਗਿਆ ਸੀ ਬੱਚੇ, ਸਕੀਮਾਂ ਨੂੰ, ਇਮੇਜਿਸ ਨੂੰ, ਮੈਂਟਲ ਮੈਪਸ ਨੂੰ, ਮੈਂਟਲ ਟੂਲਸ ਨੂੰ। ਸਕੀਮਾਂ ਚਿੱਤਰ, ਮਾਨਸਿਕ ਨਕਸ਼ੇ, ਮਾਨਸਿਕ ਉਪਕਰਨ, ਜਿੰਨੇ ਵੀ ਇਹ ਚਾਰੋਂ ਪੁਆਇੰਟ ਦਿੱਤੇ ਗਏ ਨੇ ਸਾਰੇ ਹੀ ਸਹੀ ਅਰਥ ਕੱਢਣ ਵਾਲੇ ਵਿਵਸਥਿਤ ਤਰੀਕੇ ਹੈਗੇ ਨੇ, ਠੀਕ ਹੈ। ਜਿੰਨੇ ਵੀ ਇਹ ਸਾਰੇ ਸਪੈਸੀਫਿਕ ਰਜੇ ਸੈਂਸ ਆਫ ਐਕਸਪੀਰੀਐਂਸਿਸ ਦੇ ਰਿਲੇਟਿਡ ਹੀ ਇਹ ਸਾਰੇ ਤਰੀਕੇ ਨੇ ਜੋ ਦਿੱਤੇ ਗਏ ਨੇ। ਪਰ ਅਸੀਂ ਗੱਲ ਕਰ ਰਹੇ ਹਾਂ ਪਿਆਜੇ ਦੀ, ਤਾਂ ਪਿਆਜੇ ਨੇ ਕਿਹੜਾ ਦਿੱਤਾ ਸਾਨੂੰ, ਸਕੀਮਾਂ। ਤਾਂ ਬੱਚੇ ਸਕੀਮਾਂ ਦਾ ਮਤਲਬ ਕੀ ਸੀ, ਗਿਆਨ ਦਾ ਭੰਡਾਰ, ਪੈਕੇਟ ਆਫ ਨੌਲੇਜ, ਪੋਕੇਟ ਆਫ ਨੌਲੇਜ, ਰੂਮ ਆਫ ਨੌਲੇਜ। ਅਸੀਂ ਬਹੁਤ ਡਿਟੇਲ ਦੇ ਵਿੱਚ ਇਹਦੀ ਸਟੱਡੀ ਲਾਸਟ ਟੌਪਿਕ ਦੇ ਵਿੱਚ ਕੀਤੀ ਹੈ। ਤੁਸੀਂ ਬਹੁਤ ਧਿਆਨ ਦੇ ਨਾਲ ਸਕੀਮਾਂ ਦਾ ਟੌਪਿਕ ਪੜ੍ਹਦੇ ਹੋਏ ਨੈਕਸਟ ਇਸ MCQs ਵੱਲ ਨੂੰ ਪ੍ਰੋਸੀਡ ਕਰਨਾ ਹੈ। ਤਾਂ ਵੇਜ਼ ਇਹ ਸਾਰੇ ਹੀ ਸਾਡੇ ਸੈਂਸਿਸ ਦੇ ਐਕਸਪੀਰੀਅੰਸ ਨਾਲ ਰਿਲੇਟਿਡ ਨੇ, ਪਰ ਸਕੀਮਾਂ ਜਿਹੜਾ ਹੈ ਉਹ ਪਿਆਜੇ ਦੁਆਰਾ ਦਿੱਤਾ ਗਿਆ ਸੀ। ਨੈਕਸਟ, ਚਿਲਡਰਨ ਆਰ ਯੂਜ਼ਲੀ ਈਗੋਸੈਂਟਰਿਕ ਡੈਸ਼ ਡਿਊਰਿੰਗ ਐਂਡ ਡੈਸ਼ ਸਟੇਜਿਸ। ਤਾਂ ਬੱਚੇ ਈਗੋਸੈਂਟਰਿਕ ਕਦੋਂ ਹੋ ਜਾਂਦੇ ਨੇ, ਕਦੋਂ ਹੋ ਜਾਂਦੇ ਨੇ ਬੱਚੇ ਈਗੋਸੈਂਟਰਿਕ, ਸੈਂਸਰੀ ਮੋਟਰ ਐਂਡ ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ, ਫਾਰਮਲ ਆਪਰੇਸ਼ਨ ਐਂਡ ਸੈਂਸਰੀ ਮੋਟਰ। ਤਾਂ ਬੱਚੇ ਫਾਰਮਲ ਦੀ ਜਿੱਥੇ ਗੱਲ ਆਈ ਹੈ ਅਸੀਂ ਹੁਣੇ ਪੜ੍ਹ ਕੇ ਆਏ ਹਾਂ ਕਿ ਇਹਦੇ ਵਿੱਚ ਬੱਚਾ ਜਿਹੜਾ ਹੈ ਡਿਡਕਟਿਵ ਥਿੰਕਿੰਗ ਕਰਨ ਲੱਗ ਜਾਂਦਾ ਹੈ, ਕਾਲਪਨਿਕ ਬਣ ਜਾਂਦਾ ਹੈ, ਠੀਕ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਈਗੋਸੈਂਟਰਿਕ ਵਾਲੀ ਜਿਹੜੀ ਸਟੇਜ ਦੀ ਉਹ ਗੱਲ ਅਸੀਂ ਕਰਾਂਗੇ। ਪ੍ਰੀ ਆਪਰੇਸ਼ਨ ਐਂਡ ਕੰਕਰੀਟ ਦੇ ਵਿੱਚ ਅਸੀਂ ਕੰਕਰੀਟ ਦੇ ਵਿੱਚ ਜਸਟ ਸਟੱਡੀ ਕੀਤੀ ਹੈ ਕਿ ਕੰਕਰੀਟ ਦੇ ਵਿੱਚ ਬੱਚੇ ਦੇ ਵਿੱਚ ਇੰਡਕਟਿਵ ਥਿੰਕਿੰਗ ਆ ਜਾਂਦੀਆਂ ਨੇ, ਬੱਚਾ ਜਿਹੜਾ ਹੈ ਉਹ ਮਤਲਬ ਥਿੰਕਿੰਗ ਲੈਵਲ ਜਿਹੜਾ ਬੱਚੇ ਦਾ ਇਨਕਰੀਜ਼ ਹੋ ਜਾਂਦਾ ਹੈ, ਠੀਕ ਹੈ। ਤਾਂ ਜਦੋਂ ਬੱਚਾ ਈਗੋਸੈਂਟਰਿਕ ਹੋਏਗਾ ਤੇ ਉਦੋਂ ਥਿੰਕਿੰਗ ਲੈਵਲ ਦੇ ਵਿੱਚ ਜਿਹੜੀ ਇੰਨੀ ਜ਼ਿਆਦਾ ਇਨਕਰੀਜ਼ ਨਹੀਂ ਆਉਂਦੀ, ਤਾਂ ਈਗੋਸੈਂਟਰਿਕ ਹੁੰਦਾ ਬੱਚਾ। ਤਾਂ ਕੰਕਰੀਟ, ਆਪਰੇਸ਼ਨਲ ਐਂਡ ਫਾਰਮਲ। ਤੇ ਬੱਚੇ ਇਹਦੇ ਵਿੱਚ ਕਿਹੜੀ ਤੁਹਾਡੇ ਸਟੇਜ ਕਿਸ ਦੇ ਅੰਡਰ ਇਹ ਆਏਗਾ, ਫੋਰਥ ਜਿਹੜਾ ਕਿਸ ਦੇ ਅੰਡਰ ਆਏਗਾ, ਇਹ ਆਪਸ਼ਨ ਸੈਂਸਰੀ ਮੋਟਰ ਐਂਡ ਪ੍ਰੀ ਆਪਰੇਸ਼ਨਲ। ਜਿਹੜੀਆਂ ਪਹਿਲੀਆਂ ਦੋ ਸਟੇਜਿਸ ਸੀ ਪਿਆਜੇ ਦੀਆਂ, ਉਹਦੇ 'ਚ ਬੱਚਾ ਜਿਹੜਾ ਛੋਟਾ ਹੁੰਦਾ ਹੈ ਉਦੋਂ ਜ਼ਿਆਦਾ ਈਗੋਸੈਂਟਰਿਕ ਹੁੰਦਾ ਹੈ ਕਿ ਅਗਰ ਉਹਦੇ ਕੋਲ ਕੋਈ ਚੀਜ਼ ਹੈ ਤਾਂ ਉਹ ਬੜੀ ਈਗੋ ਦੇ ਵਿੱਚ ਰਹਿੰਦਾ ਹੈ ਕਿ ਇਹ ਚੀਜ਼ ਮੇਰੀ ਹੈ, ਠੀਕ ਹੈ। ਤਾਂ ਬੱਚਾ ਕਾਫੀ ਜ਼ਿਆਦਾ ਹੰਕਾਰ ਦੇ ਵਿੱਚ, ਅਹੰਕਾਰੀ ਹੁੰਦੇ ਨੇ ਬੱਚੇ, ਸੰਵੇਦੀ ਗਤਿਆਤਮਿਕ ਅਵਸਥਾ, ਪੂਰਵ ਸੰਕਿਰਿਆਤਮਿਕ ਅਵਸਥਾ ਦੇ ਅੰਡਰ, ਠੀਕ ਹੈ। ਤਾਂ ਇਹ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ। Next, fifth, one of the major accomplishment of concrete operational stage is, ਇਹਨਾਂ ਵਿੱਚੋਂ ਕਿਹੜੀ ਪ੍ਰਾਪਤੀ ਮੂਰਤ ਕਿਰਿਆ ਪ੍ਰਣਾਲੀ ਦੇ ਮੁੱਖ ਕੌਸ਼ਲ ਵਿੱਚੋਂ ਇੱਕ ਹੈ। ਤਾਂ ਕਿਹੜੀ ਬੱਚੇ ਮੂਰਤ ਕਿਰਿਆ ਪ੍ਰਣਾਲੀ ਦੇ ਮੁੱਖ ਕੌਸ਼ਲ 'ਚੋਂ ਇੱਕ ਹੈ। ਤਾਂ ਸਭ ਤੋਂ ਪਹਿਲਾਂ ਆ ਗਈ ਅਬਿਲਿਟੀ ਟੂ ਕੰਜ਼ਰਵ, ਸੁਰੱਖਿਅਤ ਰੱਖਣ ਦੀ ਯੋਗਤਾ, ਆਪਣੇ ਆਪ ਨੂੰ ਸੁਰੱਖਿਅਤ ਰੱਖਣਾ, ਵੀ ਇਸ ਚੀਜ਼ ਤੋਂ ਬਚਾ ਕੇ ਰੱਖਣਾ ਹੈ। ਮੰਨ ਲਓ ਕਿਤੇ ਅੱਗ ਲੱਗੀ ਹੈ ਤਾਂ ਇਹ ਬਚਾ ਕੇ ਰੱਖਣਾ ਕਿ ਇਹ ਅੱਗ ਹੈ, ਅਸੀਂ ਇਹਦੇ ਨਜ਼ਦੀਕ ਨਹੀਂ ਜਾਣਾ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਕਾਫੀ ਮਤਲਬ ਚੀਜ਼ਾਂ ਜਿਹਦੇ ਤੋਂ ਅਸੀਂ ਆਪਣੇ ਆਪ ਨੂੰ ਕੰਜ਼ਰਵ ਰੱਖਣਾ ਹੈ, ਸੁਰੱਖਿਅਤ ਰੱਖਣਾ ਹੈ, ਉਹਦੀ ਯੋਗਤਾ ਹੋਣੀ ਬੱਚੇ ਦੇ ਵਿੱਚ। ਨੈਕਸਟ ਹੈਗਾ ਸਾਡੇ ਕੋਲ ਹਾਈਪੋਥੈਟੀਕਲ ਡਿਡਕਟਿਵ ਥਿੰਕਿੰਗ, ਬੱਚੇ ਦੇ ਵਿੱਚ ਕਾਲਪਨਿਕ ਨਿਗਮਨ ਤਰਕ ਹੋਣਾ, ਕਲਪਨਾ ਦਾ ਹੋਣਾ, ਠੀਕ ਹੈ। ਨੈਕਸਟ ਆ ਗਿਆ ਗੌਣ ਚੱਕਰੀ ਪ੍ਰਤੀਕਿਰਿਆਵਾਂ, ਮਤਲਬ ਸੈਕੰਡਰੀ ਸਰਕੂਲਰ ਰਿਐਕਸ਼ਨਸ। ਬੱਚੇ ਅਸੀਂ ਸਬ ਸਟੇਜਿਸ ਦੇ ਵਿੱਚ ਪੜ੍ਹਿਆ ਸੈਕੰਡਰੀ ਸਰਕੂਲਰ ਰਿਐਕਸ਼ਨਸ, ਠੀਕ ਹੈ। ਨੈਕਸਟ ਆ ਗਿਆ ਐਨੀਮਿਸਟਿਕ ਥਿੰਕਿੰਗ, ਐਨੀਮਿਸਟਿਕ ਥਿੰਕਿੰਗ ਮਤਲਬ ਜੀਵਾਤਮਕ ਥਿੰਕਿੰਗ, ਮਤਲਬ ਐਨੀਮੇਸ਼ਨ ਟਾਈਪ ਕੁਛ ਥਿੰਕਿੰਗ ਰੱਖਣਾ। ਤੇ ਇਹਨਾਂ 'ਚ ਕਿਹੜੀ ਪ੍ਰਾਪਤੀ ਮੂਰਤ ਕਿਰਿਆ ਪ੍ਰਣਾਲੀ ਦੇ ਮੁੱਖ ਕੌਸ਼ਲ 'ਚ ਆਉਂਦੀ ਹੈ। ਮੂਰਤ ਮਤਲਬ ਸਾਡੇ ਸਾਹਮਣੇ ਕੋਈ ਤਸਵੀਰ ਪਈ ਹੈ,
ठीक है, ਉਹਦੇ ਬਾਰੇ ਸਾਡੀ ਕੀ ਕੰਜ਼ਰਵੇਸ਼ਨ ਹੈ, ਉਹਦੇ ਬਾਰੇ ਸਾਡੀ ਕੀ ਥਿੰਕਿੰਗ ਹੈ, ਉਹਦੇ ਬਾਰੇ ਅਸੀਂ ਕੀ ਐਬਿਲਿਟੀ ਰੱਖਦੇ ਆ। ਠੀਕ ਹੈ, ਤਾਂ ਸਭ ਦਾ ਬੱਚੇ ਕੀ ਆਏਗਾ ਸਾਡੇ ਕੋਲ, ਪਹਿਲੀ ਆਪਸ਼ਨ ਐਬਿਲਿਟੀ ਟੂ ਕੰਜ਼ਰਵ, ਸੁਰੱਖਿਅਤ ਰੱਖਣ ਦੀ ਯੋਗਤਾ, ਕਿ ਉਸ ਚੀਜ਼ ਨੂੰ ਅਸੀਂ ਕਿਵੇਂ ਸੁਰੱਖਿਅਤ ਰੱਖਣਾ, ਜੋ ਸਾਡੇ ਸਾਹਮਣੇ ਤਸਵੀਰ ਹੈ, ਮਤਲਬ ਉਹਦੇ ਬਾਰੇ ਅਸੀਂ ਕੀ ਸੋਚਦੇ ਹਾਂ, ਕੀ ਐਬਿਲਿਟੀ ਰੱਖਦੇ ਹਾਂ, ਕੀ ਕੰਜ਼ਰਵੇਸ਼ਨ ਬੱਚਾ ਰੱਖਦਾ ਹੈ। ਤਾਂ ਮੂਰਤ ਦੇ ਵਿੱਚ ਕਲਪਨਾ ਕਰਨਾ ਜਾਂ ਸਕੈਂਡਰੀ ਸਰਕੂਲਰ ਰਿਐਕਸ਼ਨਸ ਜਾਂ ਐਨੀਮਿਸਟਿਕ ਥਿੰਕਿੰਗ ਦੇ ਅੰਡਰ ਨਹੀਂ ਆਏਗੀ ਬੱਚਾ। ਠੀਕ ਹੈ, ਤਾਂ ਨੈਕਸਟ ਆ ਗਿਆ 6th, 4 ਡਿਸਟਿੰਕਟ ਸਟੇजेस ਆਫ ਚਿਲਡਰਨ ਇੰਟੈਲੈਕਚੁਅਲ ਡਿਵੈਲਪਮੈਂਟ ਆਰ ਆਇਡੈਂਟੀਫਾਈਡ ਬਾਈ, ਬੱਚਿਆਂ ਦੇ ਬੌਧਿਕ ਵਿਕਾਸ ਦੇ 4 ਵੱਖ-ਵੱਖ ਪੜਾਵਾਂ ਦੁਆਰਾ ਪਛਾਣ ਕੀਤੀ ਗਈ। ਤਾਂ ਬੌਧਿਕ ਵਿਕਾਸ ਬਾਰੇ ਕਿੰਨੇ ਪਛਾਣ ਕੀਤੀ ਸੀ, ਤਾਂ ਬੱਚੇ ਨੈਚੁਰਲ ਜੀ ਗੱਲ ਹੈ ਕਿ ਅਸੀਂ ਇੰਟੈਲੈਕਚੁਅਲ ਡਿਵੈਲਪਮੈਂਟ ਦੀ ਗੱਲ ਜਿਹੜੀ ਪਿਆਜੇ ਦੇ ਕੇਸ ਦੇ ਵਿੱਚ ਪੜ੍ਹੀਏ, ਔਰ ਪਿਆਜੇ ਦੇ ਰਿਲੇਟਡ ਅਸੀਂ MCQs ਕਰ ਰਹੇ ਹਾਂ। ਤਾਂ ਨੈਚੁਰਲ ਜੀ ਗੱਲ ਹੈ ਪਿਆਜੇ ਜਿਹੜਾ ਹੈ ਉਹ ਇਹਦਾ ਕਰੈਕਟ ਆਪਸ਼ਨ ਜਿਹੜੀ ਆਏਗੀ। ਕੋਲਬਰ, ਐਰਿਕਸਨ ਐਂਡ ਸਕਿਨਰ ਦੀਆਂ ਜੋ ਵੀ ਥਿਊਰੀਜ਼ ਨੇ ਉਹ ਅਸੀਂ ਜ਼ਰੂਰ ਡਿਟੇਲ 'ਚ ਪੜਾਂਗੇ। 7th ਕੁਐਸਚਨ ਕੀ ਹੈ, ਅਕੋਰਡਿੰਗ ਟੂ ਜੀਨ ਪਿਆਜੇ ਸਕੀਮਾ building occurs as a result of modifying new information to fit existing schemas and by modifying old schemas as per new information, these two processes are known as, ਤਾਂ ਬਹੁਤ ਡਿਟੇਲ ਦੇ ਵਿੱਚ ਇਹ ਪ੍ਰੋਸੈਸ ਵੀ ਅਸੀਂ ਪੜ੍ਹਿਆ ਬੱਚੇ। ਪਹਿਲੀ ਆਪਸ਼ਨ ਆ ਗਈ ਅਸਿਮੀਲੇਸ਼ਨ ਐਂਡ ਅਡੈਪਟੇਸ਼ਨ, ਨੈਕਸਟ ਇਕੁਇਲਿਬ੍ਰੇਸ਼ਨ ਐਂਡ ਮੋਡੀਫਿਕੇਸ਼ਨ, ਥਰਡ ਅਸਿਮੀਲੇਸ਼ਨ ਐਂਡ ਅਕਮੋਡੇਸ਼ਨ। ਦੈਟ ਇਜ਼ ਕਰੈਕਟ ਆਪਸ਼ਨ। ਪਹਿਲੇ ਅਸਿਮੀਲੇਟ ਕਰਨਾ ਔਰ ਫਿਰ ਉਹਨੂੰ ਅਕਮੋਡੇਟ ਕਰ ਲੈਣਾ। ਠੀਕ ਹੈ, ਤਾਂ ਇਹਨੇ ਕਿਹਾ ਕਿ ਜੀਨ ਪਿਆਜੇ ਦੇ ਅਨੁਸਾਰ ਅਰੇਖ ਨਿਰਮਾਣ ਦੀਆਂ ਮੌਜੂਦ ਯੋਜਨਾਵਾਂ ਦੇ ਸੰਕਲਪ ਨੂੰ ਬਣਾਉਣਾ, ਜੋ ਮੌਜੂਦ ਨੇ ਮਤਲਬ ਜੋ ਓਲਡ ਸਕੀਮਾਂ ਹੈ ਉਹਨੂੰ ਮੋਡੀਫਾਈ ਕਰਕੇ ਨਿਊ ਸਕੀਮਾਂ ਦੇ ਵਿੱਚ ਫਿੱਟ, ਓਲਡ ਨੂੰ ਨਿਊ ਸਕੀਮਾਂ ਦੇ ਵਿੱਚ ਫਿੱਟ ਕਰ ਦੇਣਾ, ਮੋਡੀਫਾਈ ਕਰਕੇ। ਠੀਕ ਹੈ, ਮਤਲਬ ਪਹਿਲੇ ਓਲਡ ਸਕੀਮਾਂ ਸਾਡੇ ਕੋਲ ਹੈਗਾ ਹੈ, ਉਹਨੂੰ ਮੋਡੀਫਾਈ ਕਰਕੇ ਨਿਊ ਇਨਫੋਰਮੇਸ਼ਨ ਆਈ ਉਹਨੂੰ ਫਿੱਟ ਕਰ ਦੇਣਾ। ਠੀਕ ਹੈ, ਓਲਡ ਸਕੀਮਾਂ ਦੇ ਵਿੱਚ ਔਰ ਇੱਕ ਨਵੀਂ ਜਾਣਕਾਰੀ ਜਿਹੜੀ ਲੈ ਲੈਣੀ। ਇਹਨਾਂ ਪ੍ਰੋਸੈਸ ਨੂੰ ਅਸੀਂ ਕੀ ਮਤਲਬ ਪਹਿਲੇ ਅਸਿਮੀਲੇਟ ਕਰ ਦੇਣਾ ਔਰ ਫਿਰ ਉਹਨੂੰ ਅਕਮੋਡੇਟ ਕਰ ਲੈਣਾ। ਠੀਕ ਹੈ, ਅਕਮੋਡੇਸ਼ਨ ਕਰ ਲੈਣੀ ਮਤਲਬ ਆਤਮ ਸਾਤਮੀਕਰਨ ਅਤੇ ਸਮਾਯੋਜਨ। ਦੈਟ ਇਜ਼ ਦਾ ਕਰੈਕਟ ਆਪਸ਼ਨ। ਤਾਂ ਬੱਚੇ C ਆਪਸ਼ਨ ਇਜ਼ ਦਾ ਕਰੈਕਟ, ਨਾ ਕਿ ਅਸਿਮੀਲੇਸ਼ਨ ਐਂਡ ਅਡੈਪਟੇਸ਼ਨ ਕਰਨਾ ਔਰ ਨਾ ਇਕੁਇਲਿਬ੍ਰੇਸ਼ਨ ਐਂਡ ਮੋਡ। ਇਹਦਾ ਮੈਂ ਪੂਰਾ ਤੁਹਾਨੂੰ ਇੱਕ ਚਾਰਟ ਦੇ ਥਰੂ ਟੌਪਿਕ ਸਮਝਾਇਆ ਹੋਇਆ ਕਿ ਕਿਸ ਤਰ੍ਹਾਂ ਅਸਿਮੀਲੇਸ਼ਨ ਕਰਨੀ ਹੈ, ਅਸੀਂ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੋਇਆ, ਐਂਡ ਕਿਸ ਤਰ੍ਹਾਂ ਅਕਮੋਡੇਸ਼ਨ ਦੇਣੀ ਹੈ, ਤੁਸੀਂ ਥਿਊਰੀ ਲੈਕਚਰ ਵਿੱਚ ਦੇਖ ਲੈਣਾ। ਨੈਕਸਟ 8th, ਡੈਸ਼ ਵਿਊਜ਼ ਚਿਲਡਰਨ ਐਜ਼ ਐਕਟਿਵ ਬਿਲਡਰਸ ਆਫ ਨੌਲੇਜ ਐਂਡ ਲਿਟਲ ਸਾਇੰਟਿਸਟ ਹੂ ਕੰਸਟਰਕਟ ਦੇਅਰ ਓਨ ਥਿਊਰੀਜ਼ ਆਫ ਵਰਲਡ। ਤਾਂ ਬੱਚੇ ਕਿੰਨੇ ਬੱਚੇ ਨੂੰ ਵਿਚਾਰਾਂ ਤੋਂ ਬੱਚੇ ਸਕਿਰਿਆ ਗਿਆਨ ਨਿਰਮਾਤਾ ਤੇ ਛੋਟੇ ਵਿਗਿਆਨਿਕ, ਤਾਂ ਸਮਾਲ ਸਾਇੰਟਿਸਟ ਦੀ ਸਪੈਸ਼ਲੀ ਗੱਲ ਆਈ ਸੀ ਪਿਆਜੇ ਦੀ ਥਿਊਰੀ ਦੇ ਵਿੱਚ। ਪਿਆਜੇ ਨੇ ਬੱਚਿਆਂ ਨੂੰ ਕੀ ਕਿਹਾ ਸੀ, ਛੋਟੇ ਖੋਜੀ, ਛੋਟੇ ਖੋਜੀ ਬੱਚੇ ਕੀ ਹੁੰਦੇ ਨੇ, ਛੋਟੇ ਖੋਜੀ ਹੁੰਦੇ ਨੇ, ਸਮਾਲ ਸਾਇੰਟਿਸਟ ਹੁੰਦੇ ਨੇ। ਤੇ ਕਿਹਨੇ ਕਿਹਾ ਸੀ, ਪਿਆਜੇ ਨੇ। ਕਲੀਅਰ ਹੈ ਬੱਚੇ ਗੱਲ, ਇਹਦੇ ਤਾਂ ਕੋਈ ਡਾਊਟ ਵਾਲੀ ਗੱਲ ਨਹੀਂ ਹੈ। ਨੈਕਸਟ 9th, ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟਲੀ ਮੈਚਡ ਪੇਅਰ। ਕਿਹੜਾ ਪੂਰੀ ਤਰ੍ਹਾਂ ਮੈਚ ਹੁੰਦਾ ਹੈ, ਕਿਹੜਾ ਪੇਅਰ ਪੂਰੀ ਤਰ੍ਹਾਂ ਮੈਚ ਹੁੰਦਾ ਹੈ, ਸਹੀ ਮਿਲਾਪ ਵਾਲਾ ਜੋੜਾ ਕਿਹੜਾ ਹੈ। ਸਭ ਤੋਂ ਪਹਿਲਾਂ ਆ ਗਿਆ ਕੰਕਰੀਟ ਆਪਰੇਸ਼ਨਲ, ਚਾਈਲਡ ਇਜ਼ ਏਬਲ ਟੂ ਕੰਜ਼ਰਵ ਐਂਡ ਕਲਾਸੀਫਾਈ। ਤਾਂ ਜਿੰਨੇ ਇਹ ਟਰਮਸ ਪੂਰੀ ਤਰ੍ਹਾਂ ਡਿਟੇਲ 'ਚ ਪੜ੍ਹੀਆਂ ਨੇ, ਮੈਨੂੰ ਲੱਗਦਾ ਕਿ ਉਹਨੂੰ ਇਹ ਕਲੀਅਰ ਹੋ ਗਿਆ ਹੋਣਾ ਉਸ ਬੱਚੇ ਨੂੰ ਕਿ ਇਹਦਾ ਜਿਹੜਾ ਸਹੀ ਆਪਸ਼ਨ ਕਿਹੜੀ ਰਹੇਗੀ, ਕੰਕਰੀਟ ਆਪਰੇਸ਼ਨਲ, ਚਾਈਲਡ ਇਜ਼ ਏਬਲ ਟੂ ਕੰਜ਼ਰਵ ਐਂਡ ਕਲਾਸੀਫਾਈ। ਠੀਕ ਹੈ, ਫਾਰਮਲ ਆਪਰੇਸ਼ਨਲ, ਚਾਈਲਡ ਇਮੀਟੇਸ਼ਨ ਬਿਗਨਸ ਇਮੈਜਨਰੀ ਪਲੇ, ਨੋ। ਇਨਫੈਂਸੀ ਅਪਲਾਈਜ਼ ਲੌਜਿਕ ਐਂਡ ਇਜ਼ ਏਬਲ ਟੂ ਇਨਫਰ। ਇਨਫੈਂਸੀ ਸਟੇਜ ਦੇ ਵਿੱਚ ਬੱਚੇ ਸ਼ਿਸ਼ ਅਵਸਥਾ 'ਚ ਤਰਕ ਕਿਵੇਂ ਕਰੇਗਾ ਅਤੇ ਅਨੁਮਾਨ ਕਿਵੇਂ ਲਗਾਏਗਾ ਬੱਚਾ, ਨੋ। ਪ੍ਰੀ ਆਪਰੇਸ਼ਨਲ ਚਾਈਲਡ ਡਿਡਕਟਿਵ ਥੋਟ, ਨੋ। ਬੱਚੇ ਡਿਡਕਟਿਵ ਥੋਟ ਬਾਰੇ ਅਸੀਂ ਜਸਟ ਸਟੱਡੀ ਕੀਤਾ ਪਿਆਜੇ ਦੀ 4th ਸਟੇਜ ਦੇ ਵਿੱਚ, ਜਿਹਦੇ 'ਚ ਫਾਰਮਲ ਅਗਰ ਡਿਟੇਲ ਦੇ ਵਿੱਚ ਸਟੱਡੀ ਕਰੀ ਹੋਏਗੀ ਨਾ ਤਾਂ ਕਿਸੇ ਵੀ MCQs ਦੇ ਰਿਲੇਟਡ ਤੁਹਾਨੂੰ ਕੋਈ ਵੀ ਪ੍ਰੋਬਲਮ ਦਾ ਜਿਹੜਾ ਪ੍ਰੋਬਲਮ ਫੇਸ ਨਹੀਂ ਕਰਨੀ ਪਏਗੀ। ਤਾਂ ਦੈਟ ਇਜ਼ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ। ਮੂਰਤ ਕਿਰਿਆ ਪ੍ਰਣਾਲੀ ਤੋਂ ਬੱਚਾ ਸੁਰੱਖਿਅਤ ਅਤੇ ਵਰਗੀਕਰਨ ਕਰਨ ਦੇ ਲਈ ਯੋਗ ਹੋ ਜਾਂਦਾ ਹੈ। ਤਾਂ ਨੈਕਸਟ, ਅਕੋਰਡਿੰਗ ਟੂ ਪਿਆਜੇ ਸਟੇਜਿਸ ਆਫ ਕੋਗਨੀਟਿਵ ਡਿਵੈਲਪਮੈਂਟ, ਦਾ ਸੈਂਸਰੀ ਮੋਟਰ ਸਟੇਜ ਇਜ਼ ਐਸੋਸੀਏਟਿਡ ਵਿਦ। ਪਿਆਜੇ ਦੇ ਗਿਆਨਾਤਮਕ ਵਿਕਾਸ ਦੇ ਕਦਮਾਂ ਦੇ ਅਨੁਸਾਰ ਸੰਵੇਦੀ ਗਤਿਆਤਮਕ ਅਵਸਥਾ ਕਿਸ ਦੇ ਨਾਲ ਸੰਬੰਧਿਤ ਹੈ, ਕਿਸ ਦੇ ਨਾਲ ਸੰਬੰਧਿਤ ਹੈ, ਦੱਸੋ ਬੱਚੇ। ਪਹਿਲਾ ਹੈਗਾ ਕੰਸਰਨ ਅਬਾਊਟ ਸੋਸ਼ਲ ਇਸ਼ੂਜ਼, ਸਮਾਜਿਕ ਮੁੱਦਿਆਂ ਲਈ ਚਿੰਤਤ ਹੋਣਾ। ਨੈਕਸਟ ਹੈਗਾ ਇਮੀਟੇਸ਼ਨ ਮੈਮਰੀ ਐਂਡ ਮੈਂਟਲ ਰਿਪਰੈਜ਼ੈਂਟੇਸ਼ਨ,
अनुकरण यादाश्त ਅਤੇ ਮਾਨਸਿਕ ਪ੍ਰਸਤੁਤੀਕਰਨ ਜਿਹੜਾ ਹੈ ਉਹ ਦੇਣਾ। अनुकरण यादाश्त ਅਤੇ ਮਾਨਸਿਕ ਪ੍ਰਸਤੁਤੀਕਰਨ, ਅਬਿਲਿਟੀ ਟੂ ਸੋਲਵ ਪ੍ਰੋਬਲਮ ਇਨ ਲੌਜੀਕਲ ਫੈਸ਼ਨ, ਅਬਿਲਿਟੀ ਟੂ ਇੰਟਰਪਟ ਐਂਡ ਐਨਾਲਾਈਜ਼ ਆਪਸ਼ਨ। ਤਾਂ ਕੀ ਗੱਲ ਕੀ ਕਹਿ ਰਿਹਾ ਕਿ ਗਿਆਨਾਤਮਕ ਵਿਕਾਸ ਦੇ ਅੰਦਰ ਗਿਣਾਤਮਕ, ਜਿੱਥੇ ਬੱਚੇ ਗਿਣਾਤਮਕ ਦੀ ਗੱਲ ਆ ਜਾਂਦੀ ਹੈ ਤਾਂ ਉੱਥੇ ਤੁਸੀਂ ਧਿਆਨ ਰੱਖਣਾ ਇਮੀਟੇਸ਼ਨ ਐਂਡ ਮੈਮਰੀ ਵਾਲੇ ਪੁਆਇੰਟ ਤੇ ਤੁਸੀਂ ਜਿਹੜਾ ਹੈ ਉਹਦੀ ਰਿਪਰੈਜ਼ੈਂਟੇਸ਼ਨ ਦੇਖਣੀ ਹੈ। ਜਿੱਥੇ ਗਿਆਨ ਦੀ ਗੱਲ ਆਉਂਦੀ ਮਤਲਬ ਇਮੀਟੇਟ ਕਰਨ ਲੱਗ ਜਾਣਾ, ਮੈਮਰੀ ਪਾਵਰ ਨੂੰ ਯੂਜ਼ ਕਰਨਾ, ਮੈਂਟਲ ਰਿਪਰੈਜ਼ੈਂਟੇਸ਼ਨ ਆਪਦੀ ਦੇਣੀ। ਉਹਦੇ ਨਾਲ ਸੋਸ਼ਲ ਇਸ਼ੂਜ਼ ਦਾ ਕੋਈ ਮਤਲਬ ਨਹੀਂ ਹੁੰਦਾ। ਪ੍ਰੋਬਲਮ ਸੋਲਵ ਕਰਨਾ, ਲੌਜਿਕ ਲਗਾਉਣੇ ਨਹੀਂ, ਅਬਿਲਿਟੀ ਟੂ ਇੰਟਰਪ੍ਰੈਟ ਐਨਾਲਾਈਜ਼ ਕਰਨਾ ਆਪਸ਼ਨਸ ਨਹੀਂ। ਤਾਂ ਦੈਟ ਇਜ਼ ਕਰੈਕਟ ਆਪਸ਼ਨ। ਇਮੀਟੇਸ਼ਨ ਕਰਨਾ, ਮੈਮਰੀ ਐਂਡ ਮੈਂਟਲ ਰਿਪਰੈਜ਼ੈਂਟੇਸ਼ਨ ਦੇਣਾ ਗਿਆਨਾਤਮਕ ਵਿਕਾਸ ਦੇ ਕਦਮਾਂ ਦੇ ਅਨੁਸਾਰ ਜਿਹੜਾ ਇਹ ਸੰਬੰਧਿਤ ਹੈਗਾ। ਨੈਕਸਟ 11th ਕੁਐਸਚਨ, The stages in which a child begins to think logically about objects and event is known as logic thinking। ਕਿਹਦੇ ਵਿੱਚ ਆ ਜਾਂਦੀ ਹੈ? ਅਸੀਂ ਪੜ੍ਹ ਕੇ ਆਏ ਹਾਂ ਬੱਚੇ, ਇਹਦੇ ਵਿੱਚ ਹੀ ਪੜ੍ਹ ਕੇ ਆਏ ਹਾਂ ਅਸੀਂ, ਰੀਸੈਂਟਲੀ ਪੜ੍ਹਿਆ ਹੈ। ਤਾਂ ਦੱਸੋ ਮੈਨੂੰ, ਸੈਂਸਰੀ ਮੋਟਰ ਸਟੇਜ ਦੇ ਅੰਡਰ ਆਉਂਦਾ ਹੈ ਜਾਂ ਫਿਰ ਫਾਰਮਲ ਆਪਰੇਸ਼ਨਲ ਸਟੇਜ ਦੇ ਅੰਡਰ ਆਉਂਦਾ ਹੈ ਜਾਂ ਪ੍ਰੀ ਆਪਰੇਸ਼ਨਲ ਸਟੇਜ ਦੇ ਅੰਡਰ ਆਉਂਦਾ ਹੈ ਜਾਂ ਕੰਕਰੀਟ ਦੇ ਆਪਰੇਸ਼ਨ ਆਉਂਦਾ ਹੈ? ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਬੱਚੇ ਕਿਹਦੇ ਅੰਡਰ ਆਉਂਦਾ ਹੈ, ਕਿਹਦੇ ਅੰਡਰ ਆਉਂਦਾ ਹੈ? ਸੈਂਸਰੀ ਫਸਟ ਸਟੇਜ ਸੀ ਜਿਹਦੇ 'ਚ ਕੀ ਹੈ, ਫਸਟ ਸਟੇਜ ਸੀ ਜਿਹਦੇ 'ਚ ਅਸੀਂ ਕੀ ਪੜ੍ਹ ਕੇ ਆਏ ਸੀ? ਇਹਦੇ 'ਚ ਲੌਜਿਕ ਥਿੰਕਿੰਗ ਜਿਹੜੀਆਂ ਨੇ, ਥਿੰਕ ਲੌਜੀਕਲੀ, ਲੌਜਿਕ ਥਿੰਕਿੰਗ ਕਰਨ ਦੇ ਯੋਗ ਨਹੀਂ ਹੁੰਦਾ ਬੱਚਾ ਬਹੁਤ ਛੋਟਾ ਹੁੰਦਾ ਬੇਟਾ। ਤਾਂ ਫਾਰਮੂਲਾ ਆਪਰੇਸ਼ਨ ਦੇ ਵਿੱਚ ਜਿਹੜੀਆਂ ਨੇ ਉਹ ਜਿਹੜੀਆਂ ਨੇ ਲੌਜਿਕ ਥਿੰਕਿੰਗਸ ਤਾਂ ਆਉਂਦੀਆਂ ਨੇ, ਲੌਜਿਕ ਥਿੰਕਿੰਗ ਤਾਂ ਆਉਂਦੀਆਂ ਨੇ, ਪਰ ਇਹਦੇ ਨਾਲ ਨਾਲ ਹਾਈਪੋਥੈਟੀਕਲ ਥਿੰਕਿੰਗਸ ਵੀ ਬੱਚਾ ਫੇਸ ਕਰਦਾ ਹੈ, ਕਾਲਪਨਿਕ ਵੀ ਹੋ ਜਾਂਦਾ ਹੈ। ਤਾਂ ਪ੍ਰੀ ਆਪਰੇਸ਼ਨਲ ਸਟੇਜ ਦੇ ਅੰਡਰ ਤਾਂ ਨਹੀਂ। ਤੇ ਨੈਕਸਟ ਆ ਗਈ ਕੰਕਰੀਟ। ਤਾਂ ਕੰਕਰੀਟ ਦੇ ਵਿੱਚ ਅਸੀਂ ਪੜ੍ਹ ਕੇ ਆਏ ਹਾਂ ਕਿ ਬੱਚਾ ਜਿਹੜਾ ਹੈ ਲੌਜਿਕ ਲਗਾਉਣਾ ਸ਼ੁਰੂ ਕਰ ਦਿੰਦਾ ਹੈ। ਜਿੱਥੇ ਮੈਂ ਤੁਹਾਨੂੰ ਐਗਜ਼ਾਮਪਲ ਦੱਸੀ ਸੀ A+B=7 ਵਾਲੀ, ਸ਼ਾਇਦ ਸਮਥਿੰਗ ਇਹਦਾ ਐਗਜ਼ਾਮਪਲ ਸੀ, ਔਰ A ਦੀ ਵੈਲਿਊ ਕੱਢਣੀ ਸੀ ਜਿੱਥੇ 7 - B ਜਿਹੜਾ ਦਿੱਤਾ ਸੀ। ਇਹ ਲੌਜਿਕ ਹੀ ਲਗਾਇਆ ਨਾ ਬੱਚੇ ਨੇ। ਤਾਂ ਇੱਥੇ ਲੌਜੀਕਲ ਥਿੰਕਿੰਗ ਦੀ ਜੋ ਗੱਲ ਆਏਗੀ ਉਹ ਕੀ ਆਏਗਾ? ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ D ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ। ਤਾਂ ਉਹ ਅਵਸਥਾ ਜਿੱਥੇ ਬੱਚੇ ਵਸਤੂਆਂ ਦੇ ਘਟਨਾਵਾਂ ਦੇ ਵਿਸ਼ੇ ਦੇ ਵਿੱਚ ਤਰਕ ਕਰਨਾ ਸ਼ੁਰੂ ਕਰ ਦਿੰਦੇ ਨੇ। ਤਰਕ ਕਿੱਥੇ ਕਰਦੇ ਨੇ? ਜਦੋਂ ਕਿਹੜੀ ਹੈ ਮੂਰਤ ਕਿਰਿਆ ਪ੍ਰਣਾਲੀ ਹੁੰਦੀ ਹੈ, ਕੰਕਰੀਟ ਆਪਰੇਸ਼ਨਲ ਜਿਹੜੀ ਹੈ ਸਟੇਜ। Next, according to Piaget, children thinking refers in dash from adults than in dash। ਪਿਆਜੇ ਦੇ ਅਨੁਸਾਰ ਬੱਚਿਆਂ ਦੀ ਸੋਚ ਡੈਸ਼ ਵਿੱਚ ਬਾਲਗਾਂ ਨਾਲੋਂ ਡੈਸ਼ ਵਿੱਚ ਵੱਖਰੀ ਹੁੰਦੀ ਹੈ। ਤਾਂ ਕਿਸ ਤਰ੍ਹਾਂ ਸੋਚ ਵੱਖਰੀ ਹੁੰਦੀ ਹੈ? ਅਮਾਊਂਟ ਤੇ ਕਾਈਂਡ ਦੇ ਵਿੱਚ, ਅਮਾਊਂਟ ਜਾਂ ਕਾਈਂਡ, ਸਾਈਜ਼ ਜਾਂ ਕਰੈਕਟਨੈਸ, ਕਾਈਂਡ ਜਾਂ ਅਮਾਊਂਟ ਜਾਂ ਸਾਈਜ਼ ਜਾਂ ਟਾਈਪ। ਤਾਂ ਦੇਖੋ ਕਿਹਦੇ 'ਚ ਹੁੰਦੀ ਹੈ, ਕਿਹਦੇ 'ਚ ਹੁੰਦੀ ਬੱਚੇ? ਤਾਂ ਜੇ ਦੋ ਆਪਸ਼ਨਸ ਜਿਹੜੀਆਂ ਇਹ ਰਿਪੀਟ ਹੋ ਰਹੀਆਂ ਨਾ ਆਪਸ਼ਨਸ, ਇਹਨਾਂ ਨੂੰ ਧਿਆਨ 'ਚ ਦੇਖੋ। ਐਕਚੁਅਲ 'ਚ ਰਿਪੀਟ ਨਹੀਂ ਹੈਗੀਆਂ, ਇਹ ਸੀਕੁਐਂਸ ਵਾਈਜ਼ ਚੱਲਦਾ ਹੈ। ਪਹਿਲੇ ਅਮਾਊਂਟ ਆ ਗਿਆ, ਪਿੱਛੇ ਕਾਈਂਡ ਆ ਗਿਆ, ਜਾਂ ਪਹਿਲੇ ਕਾਈਂਡ ਦਾ ਆ ਜਾਣਾ, ਪਿੱਛੇ ਅਮਾਊਂਟ ਦਾ ਆ ਜਾਣਾ। ਤਾਂ ਇਹਦੇ 'ਚ ਤੁਸੀਂ ਕਿਤੇ ਜਿੱਥੇ ਕਾਈਂਡ ਪਹਿਲੇ ਹੋਏਗੀ ਉਹ ਤੁਸੀਂ ਕਰੈਕਟ ਆਪਸ਼ਨ ਲਗਾਉਣੀ ਹੈ। ਕਾਈਂਡ ਔਰ ਅਮਾਊਂਟ ਦੇ ਵਿੱਚ ਕਿੱਥੇ ਬੱਚਿਆਂ ਦੀ ਜਿਹੜੀ ਸੋਚ ਹੈ, ਇੱਥੇ ਕੀ ਆਏਗਾ? ਇੱਥੇ ਕੀ ਆਏਗਾ ਬੱਚੇ? ਕਾਈਂਡ। ਇਹ ਹੈਗਾ ਡਿਫਰਸ। जस्ट वेट बेटा। तो बच्चे असी 12th MCQ कर रहे सी। तो अकॉर्डिंग टू पियाजे चिल्ड्रन थिंकिंग डिफर इन डैश फ्रॉम डैश अडल्ट डैश डिफर इन डैश फ्रॉम अडल्ट्स दैन डैश। ठीक है, तो किहदे च आ जाएगा अपने को? मैं तुहानूं दस चुकी है किहड़ी आएगी तुहाडी साडी सी ऑप्शन, काइंड एंड अमाउंट। ठीक है, क्लीयर है? काइंड एंड अमाउंट। कुछ प्रॉब्लम फेस हो रही है बच्चे। तो 12 MCQs असी कर चुके हैं, इत्थों तक ही तुसी प्रोसीड करने हैं। ठीक है, नैक्सट लैक्चर देखने के लिए अगले असी MCQs फिर लैके आवांगे। ये MCQs तुसी बहुत ध्यान दे नाल करने हैं क्योंकि पेपर के व्यू दे नाल बहुत इंपोर्टेंट MCQs सीगे। थैंक यू बच्चे। नैक्सट लैक्चर वॉच करने के लिए जुड़े रहो साडे नाल टॉप हॉप्स अकैडमी दे नाल।
ਕੋਈ ਵੀ ਕੁਐਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਸਾਡੇ ਸਕਰੀਨ ਤੇ ਆ ਰਹੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਬੱਚੇ।